वाई मीडिया ग्रुप वालों ਤੁਹਾਡੇ ਸਾਰਿਆਂ ਦੇ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ-ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ मैं युद्धवीर जसवाल ਤੁਹਾਡੀ ਖidmat 'ਚ ਹਾਜ਼ਰ ਹਾਂ ਅੱਜ ਦੇ ਇਸ प्रोग्राम ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ एनालिसिस लेके जी सरा जी क्या हाल है आपका ठीक है कैसी हैं आप ऑल गुड युद्धवीर जी आप कैसे हैं ਬਹੁਤ ਵਧੀਆ ਜੀ ਬਿਲਕੁਲ ਠੀਕ ਹੈ ਔਰ ਅਸੀਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਦੱਸ ਦਈਏ ਕਿ ਤੁਸੀਂ ਦੁਬਾਰਾ ਤੋਂ ਸੁਣ ਸਕਦੇ ਹੈਗੇ ਹੋ 647 910 फोन नंबर मिलाओ और आराम ਦੇ ਨਾਲ ਤੁਸੀਂ ਰੇਡੀਓ ਸੁਣ ਸਕਦੇ ਹੋ ਰੇਡੀਓ ਵਾਈ ਮੀਡੀਆ ਟੀਵੀ ਐਪ ਦੇ ਜ਼ਰੀਏ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਘਰ ਦੇ ਵਿੱਚ ਬੈਠੇ ਹੋ ਤਾਂ ਚੈਨਲ ਵਾਈ ਤੁਸੀਂ ਔਨ ਕਰ ਲਓ ਉਹਦੇ ਜ਼ਰੀਏ ਵੀ ਤੁਸੀਂ ਸੁਣ ਸਕਦੇ ਹੋ ਵੈਬਸਾਈਟ ਤੇ ਵੀ ਸਾਡੀ ਜਾ ਸਕਦੇ ਹੋ ਵੈਬਸਾਈਟ ਤੇ ਵੀ ਸਾਡਾ ਇਸ ਵੇਲੇ ਰੇਡੀਓ ਔਨ ਹੈ ਜੀ ਸਵਾਗਤ ਕਰਦੇ ਹਾਂ ਨਾਲ ਹੀ ਪੰਕਜ ਬੋਂਗਾ ਜੀ ਦਾ ਪੰਕਜ ਜੀ ਬਹੁਤ ਬਹੁਤ ਸਵਾਗਤ ਹੈ ਵਾਰਮ ਵੈਲਕਮ ਸਰ ਹਾਊ ਆਰ ਯੂ I'm good, Yudhir ji. मेरी तरफ से सबनू good afternoon जी. ਗੁੱਡ ਆਫਟਰਨੂਨ ਪੰਕਜ ਜੀ ਪੰਕਜ ਜੀ ਤੁਹਾਨੂੰ ਜੇ ਮੈਂ ਇਹ ਪੁੱਛਾਂ ਅੱਜ ਮੁਸ਼ਕਿਲ ਸਵਾਲ ਸ਼ੁਰੂਆਤ 'ਚ ਫਿਰ ਪੀਕੇ ਜੀ ਨਾਲ ਗੱਲ ਕਰਾਂਗੇ ਕਿ ਅੱਜ ਜੇ ਕਿਸੇ ਬੰਦੇ ਨੇ ਰਿਟਾਇਰ ਹੋਣਾ ਹੋਵੇ ਉਹ ਕਹਿੰਦੇ ਜੀ ਫਰਜ਼ ਕਰ ਲਓ ਆਪਣੀ ਉਮਰ 40 ਸਾਲ ਹੈ 45 ਹੈ 50 ਹੈ 55 ਹੈ ਤੇ ਉਹ ਕਹਿੰਦੇ ਜੀ 40 45 50 ਵਾਲਾ ਬੰਦਾ ਇਹ ਪਲਾਨ ਕਰ ਰਿਹਾ ਕਿ 60 ਸਾਲ ਦੇ ਵਿੱਚ ਉਹ ਕਹਿੰਦਾ ਕੰਮ ਕਰਨਾ ਹੈ ਤੇ ਮਰਜ਼ੀ ਨਾਲ ਕਰ ਲਈਏ ਨਹੀਂ ਕਰਨਾ ਤਾਂ ਨਾ ਕਰੀਏ ਤੇ ਕਿੰਨੇ ਕੁ ਪੈਸੇ ਚਾਹੀਦੇ ਹੋਣਗੇ ਰਿਟਾਇਰ ਹੋਣ ਵਾਸਤੇ ਦੇਖੋ ਯੁਧਵੀਰ ਜੀ ਇਹ ਨਾ ਆਪਦਾ ਹਰੇਕ ਦਾ ਆਪਦਾ ਸਿਚੁਏਸ਼ਨ ਹੁੰਦੀ ਕਿ ਅੱਜ ਦੀ ਡੇਟ 'ਚ ਕਿੰਨੇ ਅਮਾਊਂਟ ਨਾਲ ਰਹਿ ਰਿਹਾ ਕਿਉਂਕਿ ਜਿੰਨਾ ਖਰਚਾ ਉਹਦਾ ਅੱਜ ਦਾ ਹੈ ਇਹ ਮੰਨ ਕੇ ਚੱਲੋ ਕਿ ਉਸ ਤੋਂ ਘਟੇਗਾ ਥੋੜਾ ਨਾ ਉਹਦੇ ਕਿਉਂਕਿ ਮੋਰਗੇजेस ਨੇ ਇਹ ਸਾਰਾ ਕੁਝ ਹੈ ਲੇਕਿਨ ਉਨੀ ਕੀ ਮਹਿੰਗਾਈ ਵੱਧ ਚੁੱਕੀ ਹੋਵੇਗੀ ਸੋ ਅੱਜ ਉਹ ਬੰਦਾ ਅਗਰ $10,000 ਮਹੀਨਾ ਚਾਹੀਦਾ ਉਹਨੂੰ ਅੱਜ ਦੀ ਡੇਟ 'ਚ ਅਗਰ ਖਰਚਣ ਵਾਸਤੇ ਤਾਂ ਉਹਨੂੰ ਅੱਜ ਤੋਂ 20 ਸਾਲ ਬਾਅਦ ਜਦੋਂ ਤੁਸੀਂ 40 ਦੇ ਹੋ ਤਾਂ 60 ਦੇ ਹੋ ਰਹੇ ਹੋ 20 ਸਾਲ ਬਾਅਦ ਤੁਹਾਨੂੰ 10-12 ਹਜ਼ਾਰ ਤਾਂ ਚਾਹੀਦਾ ਹੀ ਚਾਹੀਦਾ ਹੋਏਗਾ ਕਿਉਂਕਿ ਠੀਕ ਹੈ ਮੈਂ ਇਹ ਸੋਚ ਸਮਝ ਸਕਦਾ ਵੀ ਕਾਰਾਂ ਦੇ ਖਰਚੇ ਫਾਈਨੈਂਸ ਕਰਾ ਰੱਖੇ ਨੇ ਬੱਚਿਆਂ ਦੇ ਖਰਚੇ ਖਤਮ ਹੋ ਚੁੱਕੇ ਹੋਣਗੇ ਤੁਹਾਡੇ ਮੋਰਗੇਜ ਮੈਂ ਅਸਿਊਮ ਕਰ ਰਿਹਾ ਕਿਉਂਕਿ ਤੁਸੀਂ ਰਿਟਾਇਰ ਹੋਣ ਦੀ ਸੋਚ ਰਹੇ ਹੋ ਤਾਂ ਮੈਂ ਅਸਿਊਮ ਹੀ ਕਰਾਂਗਾ ਕਿ ਤੁਸੀਂ ਆਪਦਾ ਮੋਰਗੇਜ ਲਾ ਹੀ ਚੁੱਕੇ ਹੋਵੋਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਨੇ ਲੇਕਿਨ ਉਹ ਜਿਹੜੇ ਖਰਚੇ ਨੇ ਉਹ ਜਿਹੜੇ ਬਚੇਗਾ ਪੈਸਾ ਲੇਕਿਨ ਉਨੀ ਮਹਿੰਗਾਈ ਵੱਧ ਚੁੱਕੀ ਹੋਈ ਸੋ ਅਗਰ ਅੱਜ ਕੋਈ ਬੰਦਾ ਰਿਟਾਇਰ ਹੋ ਜਾਵੇ ਔਰ ਉਹਨੂੰ ਲੈਟਸ ਸੇ ਕਿ 25 ਸਾਲ ਰਹਿਣਾ ਹੈ ਸੋ 25 ਸਾਲ ਰਹਿਣ ਵਾਸਤੇ ਔਰ $10,000 ਮਹੀਨਾ ਚਾਹੀਦਾ ਉਹਨੂੰ ਸਰ ਅੱਜ ਦੀ ਡੇਟ ਉਹਦੇ ਕੋਲ ਪਾਕਟ 'ਚ $1.5 ਤੋਂ $2 ਮਿਲੀਅਨ ਹੋਣਾ ਚਾਹੀਦਾ ਤਾਂ ਉਹ $10,000 ਮਹੀਨਾ ਲਗਭਗ ਖਰਚਾ ਕਰ ਪਾਏਗਾ ਔਰ ਅਗਰ ਸਾਡੇ ਕੋਲ 20 ਸਾਲ ਨੇ ਜੋੜਨ ਵਾਸਤੇ ਤਾਂ ਲੋਕ ਸੁਣ ਕੇ ਹੈਰਾਨ ਰਹਿ ਜਾਣਗੇ ਸਰ ਇਸ ਵੇਲੇ ਤੁਹਾਨੂੰ $2,000 ਮਹੀਨਾ ਜੋੜਨਾ ਪਏਗਾ ਅਗਰ 2 ਮਿਲੀਅਨ ਤੱਕ ਪਹੁੰਚਣਾ ਹੈ ਤਾਂ 20 ਸਾਲਾਂ 'ਚ ਸੋ ਇਹ ਇੱਕ ਇਹਦੀ ਚੀਜ਼ ਹੈ ਸਰ ਤਾਂ ਹੀ ਮੈਂ ਹਮੇਸ਼ਾ ਇਹ ਚੀਜ਼ਾਂ ਮੈਂ ਰੇਡੀਓ ਤੇ ਬੋਲ ਤਾਂ ਸਕਦਾ ਬਹਿ ਕੇ ਲੇਕਿਨ ਇਹ ਸਾਰਿਆਂ ਵਾਸਤੇ ਇਹ ਚੀਜ਼ ਨਹੀਂ ਹੋ ਸਕਦੀ ਹੈ ਹਰ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਸੋ ਹਰੇਕ ਦੀ ਆਪਦੀ ਅਲੱਗ ਤਰੀਕੇ ਨਾਲ ਪਲੈਨਿੰਗ ਕੀਤੀ ਜਾਂਦੀ ਹੈ ਕਈ ਪਲੈਨਿੰਗ ਜਿਵੇਂ ਕਈਆਂ ਕੋਲ ਰੂਮ ਪਏ ਨੇ ਚਾਹੇ RRSP 'ਚ ਪਿਆ ਹੈ ਕਿ TFS 'ਚ ਪਿਆ ਹੈ ਜਾਂ ਤੁਸੀਂ ਕੋਈ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਪਾਲਿਸੀ ਦੇ ਥਰੂ ਕਰ ਰਹੇ ਹੋ ਇਹ ਹਰੇਕ ਦਾ ਸਰਕਲ ਹਰੇਕ ਵਾਸਤੇ ਇੱਕ ਚੀਜ਼ ਨਹੀਂ ਹੋ ਸਕਦੀ ਹਰੇਕ ਨੂੰ ਅਲੱਗ ਇੰਡੀਵਿਜੂਅਲ ਚੀਜ਼ਾਂ ਸੈਟਲ ਕਰਦੀਆਂ ਨੇ ਕਿਉਂਕਿ ਬਹੁਤ ਸਾਰੀ ਪਲੈਨਿੰਗ ਅਸੀਂ ਇੰਸ਼ੋਰੈਂਸ ਦੇ ਥਰੂ ਕਾਰਪੋਰੇਸ਼ਨ ਦੇ ਥਰੂ ਕਰਦੇ ਹਾਂ ਕਿਉਂਕਿ ਕਾਰਪੋਰੇਸ਼ਨ 'ਚ ਪੈਸਾ ਪਿਆ ਉਹਨੂੰ ਕੱਢ ਕੇ ਕਿਵੇਂ ਰਿਟਾਇਰਮੈਂਟ ਵਾਸਤੇ ਯੂਜ਼ ਕੀਤਾ ਜਾਵੇ ਆਮ ਆਦਮੀ ਇੰਡੀਵਿਜੂਅਲ ਜਿਹੜਾ ਕਿ ਜਿਹਦੀ ਸੈਲਰੀ ਆਉਂਦੀ ਹੈ ਜੀ ਉਹਨੂੰ ਇਹ ਚੀਜ਼ਾਂ ਸੂਟ ਨਹੀਂ ਕਰਦੀਆਂ ਕਿ ਮੈਂ ਇੰਸ਼ੋਰੈਂਸ ਪਾਲਿਸੀ ਦੇ ਥਰੂ ਕਿਸੇ ਨੂੰ ਕਰ ਸਕਦੀ ਹੈ 90% ਨੂੰ ਲੋਕਾਂ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂਕਿ ਸਿਰਫ ਕਾਰਪੋਰੇਸ਼ਨ ਵਾਲਿਆਂ ਨੂੰ ਇਹ ਜ਼ਿਆਦਾ ਸੂਟ ਕਰਦੀਆਂ ਨੇ ਸੋ ਹਰ ਚੀਜ਼ ਦਾ ਆਪਦਾ ਇੰਡੀਵਿਜੂਅਲ ਸਿਚੁਏਸ਼ਨ ਹੁੰਦੀ ਹੈ ਲੇਕਿਨ ਇਹ ਚੀਜ਼ ਮੰਨ ਕੇ ਚੱਲੋ ਮੈਂ ਕਹਿੰਦਾ ਹੁੰਦਾ ਠੀਕ ਹੈ 2000 ਨਹੀਂ ਹੈਗਾ ਤਾਂ $50 ਤਾਂ ਹੈਗੇ ਨੇ ਤੁਹਾਡੇ ਕੋਲ ਪਲੀਜ਼ 50 ਹੀ ਮਹੀਨਾ ਪਾਣਾ ਸ਼ੁਰੂ ਕਰ ਦਿਓ ਕਿਉਂਕਿ ਅੱਗਾ ਜਾ ਕੇ ਦੇਖਾਂਗੇ ਕੀ ਕਰਨਾ ਹੈ $100 ਮਹੀਨਾ ਪਾਣਾ ਸ਼ੁਰੂ ਕਰ ਦਿਓ ਤੁਸੀਂ 2000 ਦਾ ਡਰੋ ਨਾ ਕਿ ਉਹ ਯਾਰ 2000 ਤਾਂ ਨਹੀਂ ਹੈਗੇ ਉਹ ਨਹੀਂ ਕਰਾਂਗੇ ਇਹ ਤਾਂ ਉਹ ਗੱਲ ਹੋ ਗਈ ਸਰ ਚਲਾਵਾਂਗੇ ਤਾਂ ਫਰਾਰੀ ਚਲਾਵਾਂਗੇ ਨਹੀਂ ਤਾਂ ਆਪਾਂ ਹੋਂਡਾ ਨਹੀਂ ਚਲਾਵਾਂਗੇ ਉਹ ਸਾਡੇ ਪਾਸ ਵੀ ਨਹੀਂ ਹੈਗੀ ਸਰ ਦੋਨਾਂ ਨੇ 100 ਦੀ ਸਪੀਡ ਤੇ ਚੱਲਣਾ ਹੈ ਜੀ ਜਦੋਂ ਹਾਈਵੇ ਤੇ ਚੜ੍ਹ ਜਾਓਗੇ ਤੁਸੀਂ ਸੋ ਪਲੀਜ਼ ਜਿੰਨਾ ਥੋੜਾ ਵੀ ਹੈ ਉਹਨੂੰ ਜੋੜਨਾ ਸ਼ੁਰੂ ਕਰੋ ਤਾਂ ਕਿ ਅਸੀਂ ਰਿਟਾਇਰਮੈਂਟ ਦੀ ਪਲੈਨਿੰਗ ਕਰ ਸਕੀਏ ਫਾਈਨੈਂਸ਼ੀਅਲ ਪਲੈਨਿੰਗ ਦਾ ਬਹੁਤ ਵੱਡਾ ਹਿੱਸਾ ਰਿਟਾਇਰਮੈਂਟ ਪਲੈਨਿੰਗ ਹੁੰਦਾ ਹੈ ਸਟੇਟ ਪਲੈਨਿੰਗ ਵੀ ਆ ਜਾਂਦਾ ਹੈ ਟੈਕਸ ਪਲੈਨਿੰਗ ਵੀ ਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਬੱਚਿਆਂ ਦੀ ਐਜੂਕੇਸ਼ਨ ਵੀ ਆ ਜਾਂਦੀ ਹੈ ਲੇਕਿਨ ਰਿਟਾਇਰਮੈਂਟ ਪਲੈਨਿੰਗ ਫਾਈਨੈਂਸ਼ੀਅਲ ਪਲੈਨਿੰਗ ਦਾ ਰਿਟਾਇਰਮੈਂਟ ਪਲੈਨਿੰਗ ਤੇ ਸਟੇਟ ਪਲੈਨਿੰਗ ਇਹ ਦੋ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹ ਫਾਈਨੈਂਸ਼ੀਅਲ ਪਲੈਨਿੰਗ ਦਾ ਬਹੁਤ ਵੱਡਾ ਹਿੱਸਾ ਹੁੰਦੀਆਂ ਨੇ ਤਾਂ ਹੀ ਮੈਂ ਹਮੇਸ਼ਾ ਹਰੇਕ ਨੂੰ ਚਾਹੁੰਦਾ ਕਿ ਪਲੀਜ਼ ਆ ਕੇ ਬੈਠੋ ਤੁਸੀਂ ਮੇਰੇ ਨਾਲ ਕਿਉਂਕਿ ਜਦੋਂ ਤੱਕ ਤੁਸੀਂ ਬੈਠੋਗੇ ਨਹੀਂ ਜਦੋਂ ਤੱਕ ਅਸੀਂ ਫਿਗਰ ਤੇ ਗੱਲ ਨਹੀਂ ਕਰਾਂਗੇ ਜਦੋਂ ਤੱਕ ਮੈਂ ਤੁਹਾਡੇ ਬਜਟ ਦੇਖ ਕੇ ਤੁਹਾਡਾ ਕਿੰਨਾ ਕੁ ਪੈਸਾ ਕੱਢ ਸਕਦੇ ਹਾਂ ਤੁਹਾਡੇ ਨਾਲ ਡਿਸਕਸ ਕਰਕੇ
ਤੁਸੀਂ ਕਿੰਨਾ ਕੁ ਉਹਦੇ ਚੋਂ ਕੱਢ ਸਕਦੇ ਹੋ, ਕਿੰਨਾ ਅਸੀਂ ਆਪਦੀ ਰਿਟਾਇਰਮੈਂਟ ਵਾਸਤੇ ਜੋੜ ਸਕਦੇ ਹਾਂ। ਸਰ ਇੱਕ ਚੀਜ਼ ਤਾਂ ਮੰਨ ਕੇ ਚੱਲੋ ਜਗਮੀਤ ਜੀ, ਅੱਜ ਦੀ ਡੇਟ ਸਭ ਤੋਂ ਜ਼ਿਆਦਾ ਖਰਚਾ ਸਾਡਾ ਸੈਟਰਡੇ ਸੰਡੇ ਨੂੰ ਹੁੰਦਾ, ਕਿਉਂਕਿ ਉਸ ਦਿਨ ਹੀ ਅਸੀਂ ਬਾਕੀ ਦਿਨਾਂ 'ਚ ਆਪਾਂ ਕੰਮ ਕਰ ਰਹੇ ਹੁੰਦੇ ਹਾਂ। ਸੈਟਰਡੇ ਸੰਡੇ ਹੀ ਹੁੰਦੇ ਨੇ ਜਿਹੜੇ ਖਰਚੇ ਹੁੰਦੇ ਨੇ। ਸੋਚੋ ਰਿਟਾਇਰਮੈਂਟ ਬਾਅਦ ਤਾਂ ਹਰ ਰੋਜ਼ ਸੈਟਰਡੇ ਸੰਡੇ ਹੈ, ਛੁੱਟੀ ਤੇ ਹੀ ਰਹਿਣਾ ਤੁਸੀਂ। ਸੋ ਖਰਚੇ ਜ਼ਿਆਦਾ ਹੋ ਜਾਂਦੇ ਨੇ। ਫਿਰ ਉਸ ਵੇਲੇ ਤੁਸੀਂ ਇਹ ਵੀ ਸੋਚੋਗੇ ਯਾਰ ਹੁਣ ਤਾਂ ਤੁਹਾਨੂੰ ਲੱਗਦਾ ਕਿ ਮੈਂ ਕੰਮ ਤੇ ਜਾਣਾ ਯਾਰ, ਮੇਰੇ ਕੋਲ ਟਾਈਮ ਨਹੀਂ ਹੈਗਾ। ਉਸ ਵੇਲੇ ਤਾਂ ਯਾਰ ਹੁਣ ਮਹੀਨਾ ਇੰਡੀਆ ਲਾ ਕੇ ਆ ਜਾਂਦੇ ਆ, ਉੱਠ ਕੇ ਚਲੇ ਗਏ ਸਰਦੀਆਂ 'ਚ। ਸੋ ਖਰਚੇ ਹੁੰਦੇ ਨੇ ਸਰ, ਰਿਟਾਇਰਮੈਂਟ 'ਚ ਖਰਚੇ ਹੁੰਦੇ ਨੇ। ਹੋ ਸਕਦਾ ਤੁਸੀਂ ਆਪਦੇ ਇੱਥੇ ਬੇਟੇ ਬੇਟੀ ਨਾਲ ਰਹਿ ਰਹੇ ਹੋ, ਉਹਨਾਂ ਦੇ ਬੱਚੇ ਗ੍ਰੈਂਡਸਨ ਗ੍ਰੈਂਡ ਡਾਟਰ ਤੁਹਾਡੇ ਕੋਲ ਹੈਗੇ ਨੇ, ਤੁਸੀਂ ਉਹਨਾਂ ਦੀ ਦੇਖਭਾਲ ਕਰ ਰਹੇ ਹੋ। ਬਟ ਸਾਰੀਆਂ ਚੀਜ਼ਾਂ ਹਰ ਹਰੇਕ ਦੀ ਆਪਦੀ ਸਿਚੁਏਸ਼ਨ ਹੋ ਸਕਦੀ ਹੈ। ਸੋ ਪਲੀਜ਼ ਬੈਠੋ ਤੇ ਸਮਝੋ ਚੀਜ਼ ਕਿਵੇਂ ਕਰਦੀ ਹੈ। ਜੀ ਅੱਜ ਪਹਿਲੇ ਕੁਐਸਚਨ ਬੜਾ ਇੰਟਰਸਟਿੰਗ ਆ ਗਿਆ ਤੇ ਨੈਨਪਾਲ ਜੀ ਵੀ ਕਹਿ ਰਹੇ ਨੇ ਕਿ ਵੈਰੀ ਗੁੱਡ ਕੁਐਸਚਨ। ਠੀਕ ਹੈ ਜੀ, ਅਗਲੇ ਕੁਐਸਚਨ ਤੇ ਵੀ ਵਧਾਂਗੇ ਗਿਰੀਸ਼ ਜੀ ਨਾਲ, ਪਰ ਮੈਂ ਪੀਕੇ ਜੀ ਨੂੰ ਵੈਲਕਮ ਵੀ ਕਰ ਲਵਾਂ ਤੇ ਉਹਨਾਂ ਨੂੰ ਵੀ ਪੁੱਛ ਲੈਂਦੇ ਆ ਇਹਦੇ ਬਾਰੇ। ਥੈਂਕ ਯੂ ਪੰਕਜ ਜੀ, ਬੜੀ ਡਿਟੇਲ 'ਚ ਅੱਜ ਪਹਿਲਾ ਕੁਐਸਚਨ ਇੰਟਰਸਟਿੰਗ ਵੀ ਸੀਗਾ ਔਰ ਤੁਸੀਂ ਬੜਾ ਡਿਟੇਲ ਸਮਝਾਇਆ ਵੀ। ਇਹਦੇ 'ਚ ਮੇਰਾ ਇੱਕ ਛੋਟਾ ਜਿਹਾ ਕੁਐਸਚਨ ਹੈ, ਪਰ ਪਹਿਲਾਂ ਮੈਂ ਪੀਕੇ ਜੀ ਨੂੰ ਵੈਲਕਮ ਕਰ ਲਵਾਂ। ਪੀਕੇ ਜੀ, ਵਾਈ ਮੀਡੀਆ ਗਰੁੱਪ ਨੂੰ ਰੇਡੀਓ ਅੱਜ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ ਸਰ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਬਹੁਤ ਇੰਟਰਸਟਿੰਗ ਗੱਲ ਚੱਲ ਰਹੀ ਸੀ, ਅਗਰ ਮੈਨੂੰ ਯਾਦ ਹੋ ਤੇ ਉਹਦੇ ਉੱਤੇ ਇੱਕ ਛੋਟੀ ਜਿਹੀ ਗੱਲ ਮੈਂ ਵੀ ਕਰਨਾ ਚਾਹੁੰਦਾ। ਬਿਲਕੁਲ, ਮੈਂ ਤੁਹਾਡੇ ਤੋਂ ਪੁੱਛਣਾ ਹੀ ਚਾਹ ਰਿਹਾ ਸੀ, ਪਲੀਜ਼। ਦੇਖੋ ਜੀ, ਅੱਛਾ ਕੰਪਾਊਂਡਿੰਗ ਇਫੈਕਟਸ ਜਿਹੜੀ ਮੋਂਗਾ ਜੀ ਗੱਲ ਕਰ ਰਹੇ ਨੇ ਕਿ ਛੋਟੀ ਜੀ ਪੂੰਜੀ ਨਾਲ ਸ਼ੁਰੂ ਕਰੋ। ਕੰਪਾਊਂਡਿੰਗ ਇਫੈਕਟ ਇੰਨਾ ਵੱਡਾ ਇਫੈਕਟ ਹੈ, ਦਿਸ ਮੇਕਸ ਮੈਨ ਮਿਲੀਅਨਰ ਐਂਡ ਦਿਸ ਮੇਕਸ ਮੈਨ ਬੈਂਕਰਪਟ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਸਟੋਰੀ 2 ਮਿੰਟ ਅੰਦਰ ਖਤਮ ਕਰ ਰਹਾ। ਪੁਰਾਣੇ ਜ਼ਮਾਨੇ ਦੀ ਗੱਲ ਸੀਗੀ, ਇੱਕ ਬੁੜੀਆ 1 ਰੁਪਇਆ ਲੈ ਕੇ ਇੱਕ ਲਾਲੇ ਦੀ ਦੁਕਾਨ ਤੇ ਚਲੀ ਗਈ। ਉਹ ਜਾ ਕੇ ਕਹਿੰਦੀ ਹੈ ਕਿ ਮੇਰਾ ਵੀ ਛੋਟਾ ਜਿਹਾ ਪੈਸਾ ਵਿਆਜ ਤੇ ਲੈ ਲੈ। ਉਹ ਕਹਿੰਦਾ ਜਾ ਵੀ 1 ਰੁਪਇਆ ਕੋਈ ਨਹੀਂ ਲੈਂਦਾ। ਕਹਿੰਦਾ ਨਹੀਂ ਲੈ। ਉਸ ਜ਼ਮਾਨੇ 'ਚ ਵੈਸੇ ਵੀ ਬੜੀ ਕੀਮਤ ਸੀ 1 ਰੁਪਏ ਦੀ। ਕਹਿੰਦੇ ਨੇ ਪਲੀਜ਼ ਲੈ ਲਓ, ਮੈਨੂੰ ਤੁਸੀਂ ਨਾ ਮਹੀਨੇ ਦੇ ਬਾਅਦ 1 ਦੇ ਡਬਲ ਕਰ ਦਿਆ ਕਰੋ, ਬਸ 1 ਦੇ 1 ਹੋਰ ਕਰ ਦਿਓ। ਉਹਨੂੰ ਕੁਝ ਸਮਝ ਨਹੀਂ ਆਇਆ, ਉਹਨੇ ਰੱਖ ਲਿਆ, ਖਾਤਾ ਬਣ ਗਿਆ, ਕਾਗਜ਼ ਬਣ ਗਏ, 1 ਰੁਪਇਆ ਦੇ ਦਿੱਤਾ। ਲੋ ਜੀ, ਉਹ ਬੁੜੀਆ ਕੁਝ ਸਾਲਾਂ ਬਾਅਦ ਗਈ, ਕਹਿੰਦੀ ਮੇਰਾ ਹਿਸਾਬ ਕਰ ਦਿਓ। ਉਹਦੇ ਅਕਾਊਂਟੈਂਟ ਨੇ ਕਿਹਾ ਉਸ ਲਾਲਾ ਨੂੰ, ਲਾਲਾ ਜੀ ਗੱਡੀ ਛੱਡ ਦਿਓ, ਇਹ ਦੁਕਾਨ ਇੱਦੀ ਹੋ ਚੁੱਕੀ ਹੈ। ਜਸਟ ਕੈਲਕੂਲੇਟ, 1 ਰੁਪਏ ਦਾ 1 ਦੇ ਬਾਅਦ 2 ਰੁਪਏ, 2 ਦੇ ਬਾਅਦ ਫਿਰ 4 ਰੁਪਏ, 4 ਦੇ ਬਾਅਦ 16, 16 ਦੇ 32, 32 ਦੇ ਬਾਅਦ 64। ਇੰਨੀ ਜ਼ਬਰਦਸਤ ਮਲਟੀਪਲਾਈ ਹੋ ਗਿਆ ਕਿ ਕੁਝ ਸਾਲਾਂ ਬਾਅਦ ਉਹ ਦੁਕਾਨ ਉਸ ਬੁੜੀਆ ਦੀ ਹੋ ਗਈ। ਦਿਸ ਇਜ਼ ਦਾ ਇਫੈਕਟ ਆਫ ਕੰਪਾਊਂਡਿੰਗ ਇਫੈਕਟ, ਜਿਹਨੂੰ ਅਸੀਂ ਲੋਕ ਨਹੀਂ ਸਮਝਦੇ। ਤੇ ਅਸੀਂ ਮੋਂਗੇ ਨਾਲ ਬੈਠਨੇ ਹੁੰਦੇ, ਅਸੀਂ ਮੋਂਗੇ ਸਾਹਿਬ ਨਾਲ ਕੇ ਗੱਲ ਕਰਨੀ ਹੁੰਦੇ ਕਿ ਕਿਸ ਤਰ੍ਹਾਂ ਪੈਸਾ, ਅਸੀਂ ਕਹਿੰਦੇ ਔਰ ਸਿਰਫ 1000 ਹੀ ਵਧਿਆ ਕਿ ਅਰੇ ਭਾਈ ਕੰਪਾਊਂਡ ਤੇ ਹੋਣ ਦਿਓ, ਪਹਿਲੇ ਟਾਈਮ ਤੇ ਦਿਓ। ਜ਼ਿੰਦਗੀ ਵੀ ਬਹੁਤ ਲੰਬੀ ਪੜੀ ਹੋਈ ਹੈ, 40 ਸਾਲ ਦੀ ਉਮਰ ਤੱਕ ਤੁਸੀਂ ਕੁਝ ਨਹੀਂ ਕੀਤਾ। ਹੁਣ ਤੁਸੀਂ ਚਾਹੁੰਦੇ ਹੋ ਜੀ 40 ਦਿਨ ਦੇ ਅੰਦਰ ਸਭ ਕੁਝ ਹੋ ਜਾਏ। ਇਹ ਜਿਹੜੀ ਗੱਲ ਹੈ ਨਾ, ਇਹ ਵੀ ਬੜੀ ਗਲਤ ਹੈਗੀ। ਦਿਸ ਇਜ਼ ਦ ਔਰ ਆਈਓ ਅਸੀਂ ਕਹਿੰਦੇ ਜੀ 100 ਰੁਪਏ ਤੇ ਹੈਗਾ, ਸਿਰਫ ਅਸੀਂ 20% ਵਿਆਜ ਦੇ ਉੱਤੇ MX ਦੇ ਉੱਤੇ ਦੇ ਰਹੇ ਹਾਂ। ਨੋ, ਯੂ ਆਰ ਔਨ ਦ ਰੌਂਗ ਟਰੈਕ ਨਾਓ। ਕੰਪਾਊਂਡਿੰਗ ਇਫੈਕਟ ਤੁਹਾਨੂੰ ਬੈਂਕਰਪਟ ਕਰਕੇ ਦਿਖਾ ਦੇਗਾ ਬਹੁਤ ਜਲਦੀ। ਔਰ ਇसी ਪ੍ਰਕਾਰ ਤੁਸੀਂ ਅਗਰ ਮੋਂਗਾ ਸਾਹਿਬ ਕੋਲ ਪੈਸੇ ਪਾਏ ਨੇ ਜਾਂ ਕਿਸੇ ਨਾਲ ਕੋਲ ਵੀ ਪਾਏ ਨੇ, ਜਸਟ ਕਿਉਂਕਿ ਮੋਂਗਾ ਸਾਹਿਬ ਗੱਲ ਕਰ ਰਹੇ ਇਸ ਕਰਕੇ ਮੈਂ ਉਹਦਾ ਨਾਂ ਲੈ ਰਿਹਾ, ਤੇ ਉਹਦਾ ਤੁਸੀਂ ਕੰਪਾਊਂਡਿੰਗ ਇਫੈਕਟ ਆਉਣ ਤੱਕ ਵੇਟ ਕਰੋ। ਯੂ ਵਿਲ ਬੀ ਏ ਮਿਲੀਅਨਰ, ਆਈ ਪ੍ਰੋਮਿਸ। ਪਰ ਵੇਟ ਤੇ ਕਰੋ, ਅਸੀਂ ਵੇਟ, ਸਾਨੂੰ ਸਬਰ ਹੈ ਹੀ ਨਹੀਂ। ਜਿਸ ਤਰ੍ਹਾਂ ਘਰ ਵਾਸਤੇ ਵੀ 10 ਸਾਲ ਤੋਂ ਕਿਰਾਏ ਤੇ ਬੈਠੇ ਨੇ, ਪਰ ਜਿਸ ਤਰ੍ਹਾਂ ਲੈਣਾ ਉਹਦੇ ਅੰਦਰ 4 ਬੈਡਰੂਮ ਵੀ ਚਾਹੀਦੇ ਨੇ, ਪਿੱਛੇ ਲੌਨ ਵੀ ਚਾਹੀਦਾ ਹੈ। ਅਰੇ ਯਾਰ ਤੁਸੀਂ ਉਹਨੂੰ ਘਰ ਤੇ ਬਣਾ ਲਓ, ਆਪਣੇ ਆਪ ਮਕਾਨ ਬਣ ਜਾਏਗਾ। ਇਹ ਮੈਂ ਥੋੜੇ ਕਮੈਂਟ ਦੇਣਾ ਚਾਹੁੰਦਾ ਸੀਗਾ ਜੀ। ਦੇਖਿਏ ਜੀ, ਵੈਸੇ ਤੁਸੀਂ ਬਿਲਕੁਲ ਹੁਣ ਸਹੀ ਕਿਹਾ। ਮੈਂ ਸਿਰਫ ਫਿਗਰ ਦੱਸਿਆ ਸੀ ਵੀ 2000 ਪਾਣਾ ਸ਼ੁਰੂ ਕਰ ਦਿਓ 25 ਸਾਲ ਵਾਸਤੇ। ਅਗਰ ਤੁਸੀਂ $2000 ਮਹੀਨਾ ਪਾਣੇ ਹੋ ਨਾ ਸਰ 25 ਸਾਲ 'ਚ, ਤਾਂ ਤੁਸੀਂ $6 ਲੱਖ ਪਾਇਆ ਤੇ ਉਹ $2 ਮਿਲੀਅਨ ਬਣ ਜਾਂਦਾ। $2 ਮਿਲੀਅਨ ਬਣ ਜਾਂਦਾ। $2 ਮਿਲੀਅਨ 2000 ਮਹੀਨਾ। ਤੇ ਉਹ ਵੀ ਇਸ ਕਰਕੇ ਕਿ ਅਸੀਂ ਇੰਟਰਸਟ ਬਹੁਤ ਘੱਟ ਲਗਾਇਆ, ਇਨਕਮ ਬਹੁਤ ਘੱਟ ਲਗਾਈ ਹੈ। ਉਹ ਬੁੜੀਆ ਵਾਲੀ ਜਿਹੜੀ ਮੈਂ ਗੱਲ ਦੱਸੀ ਸੀ, ਉਹ ਕਹਿ ਰਹੀ ਸੀ ਕਿ ਮੇਰਾ ਬਸ ਮਹੀਨੇ ਬਾਅਦ ਡਬਲ ਕਰ ਦਿਆ ਕਰੋ। ਉਹ ਲੈਂਗੁਏਜ ਕੰਪਾਊਂਡਿੰਗ ਦੀ ਇੰਨੀ ਜ਼ਬਰਦਸਤ ਜਿਹੜੀ ਕਿਸੇ ਨੂੰ ਸਮਝ ਨਹੀਂ ਆਈ। ਰੁਪਏ ਦੇ 2 ਹੀ ਰੁਪਏ ਹੋਣਗੇ, ਲੇਕਿਨ ਇਹ ਨਹੀਂ ਪਤਾ 2 ਦੇ ਫਿਰ 4 ਹੋਣਗੇ, ਫਿਰ 4 ਦੇ ਫਿਰ 8 ਹੋਣਗੇ, ਫਿਰ 8 ਦੇ ਫਿਰ 16 ਹੋਣਗੇ। ਉਹ ਇਫੈਕਟ 1000 ਵਿੱਚ ਚਲਾ ਜਾਏਗਾ। ਦਿਸ ਵੀ ਡੋਂਟ ਅੰਡਰਸਟੈਂਡ। ਅਸੀਂ ਸਿਰਫ ਛੋਟੇ 10, 20, $50 ਨੂੰ ਲੈ ਕੇ ਬਹਿ ਜਾਂਦੇ ਹਾਂ, ਪਰ ਅਸੀਂ ਵੇਟ ਹੀ ਨਹੀਂ ਕਰਦੇ ਕਿ ਉਹ ਕਦ ਤੱਕ ਵਧੇਗਾ। ਜ਼ਿੰਦਗੀ ਮੰਨਣ ਨੂੰ ਤਾਂ ਠੀਕ ਹੈ ਜੀ, 4 ਦਿਨ ਕੀ ਹੈ, ਲੇਕਿਨ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਬਹੁਤ ਵੱਡੀ ਹੈ। ਬਹੁਤ अपॉर्चुनिटीज है ਸਾਡੇ ਕੋਲ, ਬਹੁਤ ਕੁਝ ਕਰਨ ਵਾਸਤੇ। ਸਾਡੇ ਕੋਲ ਸਬਰ ਹੀ ਨਹੀਂ ਹੈਗਾ, ਸਿੰਪਲ ਜੀ ਗੱਲ। ਬਿਲਕੁਲ ਜੀ, ਬਿਲਕੁਲ। ਔਰ ਇਹਦੇ ਵਾਸਤੇ ਪੀਕੇ ਜੀ ਵੈਸੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜੇ $1 ਨੂੰ ਰੋਜ਼ ਆਪਾਂ ਡਬਲ ਕਰ ਦਈਏ ਤੇ 30 ਦਿਨਾਂ ਦੇ ਵਿੱਚ ਉਹ $1 ਮਿਲੀਅਨ ਬਣ ਜਾਏਗਾ। 30 ਡੇਜ਼। ਉਹ ਤਾਂ ਤੁਸੀਂ ਰੋਜ਼ ਕਹਿ ਰਹੇ ਹੋ ਨਾ ਜੀ, ਇਸ ਕਰਕੇ ਮਿਲੀਅਨ ਬਣ ਗਿਆ। ਲੇਕਿਨ ਮੈਂ ਤਾਂ ਮਹੀਨੇ ਬਾਅਦ ਕਹਿ ਰਿਹਾ ਸੀਗਾ 1 ਤੇ 2 ਕਰੋ। ਉਹਦੀ ਦੁਕਾਨ ਹੀ ਉਤਰ ਗਿਆ, ਥੱਲੇ ਉਤਰ ਜਾ, ਦੁਕਾਨ ਇਹਦੀ ਹੋ ਚੁੱਕੀ ਹੈ ਹੁਣ ਤੁਹਾਡੇ ਤੋਂ ਗਈ ਦੁਕਾਨ।
हाँ जी जी बिल्कुल। ਅਸੀਂ ਲੋਕ ਇੰਟਰਸਟ ਦੇ ਉੱਤੇ ਜਿਹੜੀ ਗੱਲਾਂ ਕਰਨੇ ਆ ਨਾ ਜੀ ਕਿ ਇੰਟਰਸਟ ਦੇ ਉੱਤੇ ਹੈ ਤੇ ਇੰਟਰਸਟ ਦੇ ਉੱਤੇ ਲੈ ਲਾਂਗੇ, ਕੋਈ ਗੱਲ ਨਹੀਂ ਵੱਡਾ ਕਰ ਲੈ ਲਓ, ਇੰਟਰਸਟ ਹੋਰ ਦੇ ਦਿਆਂਗੇ। ਤੁਸੀਂ ਇਹ ਨਹੀਂ ਸਮਝ ਪਾ ਰਹੇ ਜਿੰਨਾ ਉਹ ਘਰ ਘੱਟ ਇੰਟਰਸਟ ਦੇ ਉੱਤੇ ਕਮਾ ਕੇ ਦੇਗਾ, ਜ਼ਿਆਦਾ ਇੰਟਰਸਟ ਦੇ ਉੱਤੇ ਉਹ ਘਰ ਦੀ ਅਸਲੀ ਕਮਾਈ ਇੰਟਰਸਟ ਹੀ ਚਲੀ ਜਾਏਗੀ। ਅਸੀਂ ਕਹਿੰਦੇ ਕੋਈ ਨਹੀਂ ਸੈਮੀ ਅਟੈਚ ਘਟਿਆ। ਹੁਣ ਉਸ दिन भी किसी कुड़ी ने मेरे को डांट खदी हैगी, मैं कहा तू क्या चक्कर में पड़ी हुई है, डिटैच के चक्कर में पड़ी हुई है, तू सेमी अटैच में रुक जा, ये सेमी अटैच तेरे को डिटैच बना के देगा, पर तू एक्स्ट्रा लोन लेने के बाद तेरे घर की असली इनकम तो वो इंटरेस्ट में चली जाएगी। ये समझाना बहुत जरूरी है युद्धवीर जी। ਜੀ ਬਿਲਕੁਲ ਬਿਲकुल। ਔਰ ਨੈਨਪਾਲ ਜੀ ਕਹਿ ਰਹੇ ਨੇ ਕਿ ਵੈਰੀ ਗੁੱਡ ਕੁਐਸਚਨ। ਥੈਂਕ ਯੂ ਨੈਨਪਾਲ ਜੀ, ਤੁਸੀਂ ਕੁਐਸਚਨ ਬੜਾ ਸ਼ਾਨਦਾਰ ਸੀਗਾ। ਮੈਂ ਅਗਲੀ ਕਾਲ ਵੱਲ ਵਧਾਂਗਾ ਗਰੀਜੀ ਪਰ ਇੱਕ ਸੈਕਿੰਡ ਮੈਂ ਕਲੈਰਿਟੀ ਲੈ ਲਵਾਂ। ਪੰਕਜ ਜੀ, ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ 1.5 ਤੋਂ 2 ਮਿਲੀਅਨ ਚਾਹੀਦਾ ਆ, ਹੁਣ ਉਹਦੇ 'ਚ ਵੈਸੇ ਤੇ ਪੀਕੇ ਜੀ ਦੀਆਂ ਮੈਨੂੰ ਸਾਰੀਆਂ ਗੱਲਾਂ ਯਾਦ ਰਹਿੰਦੀਆਂ। ਪੀਕੇ ਜੀ ਦਾ ਇੱਕ ਹੋਰ ਫਾਰਮੂਲਾ ਵੀ ਇੱਥੇ ਅਪਲਾਈ ਹੋ ਜਾਣਾ ਸ਼ਾਇਦ। ਪੀਕੇ ਜੀ ਕਹਿੰਦੇ ਆ ਆਪਣਾ ਘਰ $1 का मान के ਚਲੋ, ਇਦਾਂ ਹੀ ਕਹਿੰਦੇ ਨਾ ਪੀਕੇ ਜੀ, ਠੀਕ ਹੈ ਨਾ? ਬਿਲਕੁਲ ਹਾਂ, ਇਹਨਾਂ ਦੀ ਮੈਨੂੰ ਯਾਦ ਹੁੰਦੀ ਨਾ ਸਾਰੀਆਂ ਗੱਲਾਂ। ਪਰ ਹੁਣ ਤੁਹਾਡੇ ਤੋਂ ਮੈਂ ਪੁੱਛ ਰਿਹਾ, ਪੀਕੇ ਜੀ ਨੇ ਤਾਂ ਕਹਿਤਾ ਵੀ ਆਪਣਾ ਘਰ $1 ਦਾ ਮੰਨ ਕੇ ਚੱਲੋ, ਠੀਕ ਹੈ? ਹੁਣ ਤੁਹਾਨੂੰ ਸਵਾਲ ਹੈ, ਤੁਸੀਂ ਕਹਿੰਦੇ 1.5-2 ਮਿਲੀਅਨ ਚਾਹੀਦਾ ਹੈ 60 ਸਾਲ ਦੀ ਉਮਰ ਤੋਂ ਬਾਅਦ ਘੱਟੋ ਘੱਟ, ਤੇ ਉਹ 1.5-2 ਮਿਲੀਅਨ ਵਿੱਚ ਆਪਣੇ ਘਰ ਦੇ ਵਿੱਚ ਜੇ ਕੋਈ ਵੈਲਿਊ ਉਹ ਪੈ ਸਕਦੀ ਹੈ ਕਿ 1.5-2 ਮਿਲੀਅਨ ਵੱਖਰਾ ਚਾਹੀਦਾ, ਅਲੱਗ ਚਾਹੀਦਾ? ਨਹੀਂ ਸਪੇਸ, ਅਸੀਂ ਬਹੁਤ ਜਗ੍ਹਾ ਤੇ ਇਹ ਵੀ ਪਲੈਨਿੰਗ ਕਰਦੇ ਹਾਂ ਜੀ, ਅਸੀਂ ਨੂੰ ਵੀ ਇਨਵੋਲਵ ਕਰਦੇ ਹਾਂ ਇਸ ਵਿੱਚ। ਕਿਉਂਕਿ ਬਹੁਤ ਲੋਕ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਆ ਜਾਂਦੇ ਨੇ ਜਿੱਥੇ ਕਿ ਉਹ ਨਹੀਂ ਜੋੜ ਪਾਉਂਦੇ। ਅੱਜ ਮੇਰੇ ਕੋਲ ਇਹ ਜਿਹੀਆਂ ਸਿਚੁਏਸ਼ਨਸ ਨੇ ਜੀ, ਕੋਈ 60 ਸਾਲ ਦਾ ਬੰਦਾ ਆ ਰਿਹਾ ਮੇਰੇ ਕੋਲ, कह रहा मैं तो जोड़िया ही नहीं जी, घर ही बनाया बस। अच्छा, इसे भी पूछ रहा थी मैं, इसलिए पूछ रहा थी। 2 मिलियन ਦਾ ਹੋਇਆ ਪਿਆ, 3 ਮਿਲੀਅਨ ਦਾ ਹੋਇਆ ਪਿਆ, ਲੇਕਿਨ ਇੱਕ ਘਰ ਹੋਰ ਹੈਗਾ, ਇਹੀ ਹੈਗਾ। ਫਿਰ ਅਸੀਂ ਘਰ ਦੇ ਨਾਲ ਪਲੈਨਿੰਗ ਕਰਦੇ ਹਾਂ, ਕਿਉਂਕਿ ਅਸੀਂ ਉਹਨੂੰ ਰਿਵਰਸ ਮੌਰਗੇਜ ਸ਼ੁਰੂ ਕਰਦੇ ਹਾਂ ਉਹਦੇ ਤੇ, ਕਿਉਂਕਿ ਉਹਨਾਂ ਦੀ ਅਗਰ ਕੋਈ ਇਨਕਮ ਨਹੀਂ ਹੈਗੀ, ਜਿੱਥੋਂ ਵੀ ਇਨਕਮ ਹੈਗੀ ਹੈ ਉਹ ਥੋੜੀ ਬਹੁਤ ਦੇਖ ਕੇ ਜਾਂ ਕੋਈ ਰੈਂਟਲ ਹੈ ਉਹਨੂੰ ਮਿਲਾ ਕੇ ਉਸ ਤੋਂ ਬਾਅਦ ਰਿਵਰਸ ਮੌਰਗੇਜ ਯੂਜ਼ ਕੀਤੀ ਜਾਂਦੀ ਹੈ। ਲੇਕਿਨ ਇਹ ਹਰੇਕ ਵਾਸਤੇ ਸੂਟ ਨਹੀਂ ਕਰਦਾ ਯੁੱਧਵੀਰ ਜੀ, ਕਿਉਂਕਿ ਇਹ ਕਈ ਵਾਰੀ ਇਹ ਵੀ ਸਿਚੁਏਸ਼ਨ ਨਾ ਆ ਜਾਵੇ, ਜਿਵੇਂ ਹੁਣ ਇੰਟਰਸਟ ਰੇਟ ਇੰਨਾ ਵਧਿਆ ਹੋਇਆ, ਉਹ ਇੰਟਰਸਟ ਰੇਟ ਹੀ ਉਹਨਾਂ ਦਾ ਖਾਏ ਜਾ ਰਿਹਾ ਬੇਸਿਕਲੀ, ਕਿਉਂਕਿ ਰਿਵਰਸ ਮੌਰਗੇਜ ਲੈਤੀ ਹੈ ਜਿਹੜੀ, ਤੇ ਇੰਟਰਸਟ ਤਾਂ ਹਾਈ ਪੈ ਰਿਹਾ ਨਾ ਹੁਣ ਇਸ ਵੇਲੇ। ਸੋ ਉਹ ਉਹਨਾਂ ਦੀ ਜਿਹੜੀ ਐਕੁਇਟੀ ਹੈ ਉਹ ਬੜੀ ਤੇਜ਼ੀ ਨਾਲ ਕਰਨਾ ਸ਼ੁਰੂ ਕਰ ਰਿਹਾ ਉਹ ਇੰਟਰਸਟ ਰੇਟ। ਸੋ ਇਹ ਜਿਹੀਆਂ ਸਿਚੁਏਸ਼ਨ ਸਾਨੂੰ ਧਿਆਨ ਰੱਖਣਾ ਪੈਂਦਾ ਹੈ। ਸੋ ਸਾਨੂੰ ਕੁਝ ਪੈਸਾ ਆਪਦੇ ਹੱਥ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਇਹ ਸਾਡਾ ਬਿਲਕੁਲ ਲਾਸਟ ਰਿਜ਼ੋਰਟ ਹੋਣਾ ਚਾਹੀਦਾ ਹੈ ਵੀ ਹੁਣ ਕੁਛ ਨਹੀਂ ਬਚਿਆ, ਫਿਰ ਸਾਡੇ ਕੋਲ ਸਿਚੁਏਸ਼ਨ ਹੀ ਹੈ ਜੀ, ਸਾਡੀ ਜ਼ਿੰਦਗੀ 'ਚ ਇਸ ਤਰ੍ਹਾਂ ਨਿਕਲ ਗਈ ਕਿ ਹੁਣ ਕੁਛ ਅਸੀਂ ਜੋੜ ਹੀ ਨਹੀਂ ਪਾਏ ਹਾਂ। ਬਈ ਅਸੀਂ ਕੋਸ਼ਿਸ਼ ਕੀਤੀ ਸੀ ਫਿਰ ਵੀ ਨਹੀਂ ਜੋੜ ਪਾਏ, ਫਿਰ ਅਸੀਂ ਘਰ ਨੂੰ ਛੇੜ ਸਕਦੇ ਹਾਂ। ਅਦਰਵਾਈਜ਼ ਮੇਰੇ ਹਿਸਾਬ ਨਾਲ ਅਗਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਔਰ ਹੁਣ ਤੁਸੀਂ ਵਾਈਜ਼ਲੀ ਚੱਲ ਸਕਦੇ ਹੋ ਔਰ ਵਾਈਜ਼ਲੀ ਜੋੜ ਸਕਦੇ ਹੋ, ਤਾਂ ਘਰ ਨੂੰ ਤੁਸੀਂ ਇੱਕ ਵਾਰੀ ਸਾਈਡ ਤੇ ਰੱਖ ਦਿਓ, ਆਪ ਦਾ ਜੋੜਨਾ ਸ਼ੁਰੂ ਕਰੋ ਜੀ। ਠੀਕ ਹੈ ਜੀ, ਔਰ ਅਗਲੀ ਕਾਲ ਵੱਲ ਵਧਦੇ ਹਾਂ ਜੀ ਸਾਡੇ ਨਾਲ ਗਰੀਸ਼ ਜੀ। ਹਾਂਜੀ, ਨੈਕਸਟ ਕਾਲ ਜੀ, ਤੁਸੀਂ ਆਨ ਕਰੋ। हेलो जी, सबको नमस्कार। सवाल जी पहले तो आपको बहुत बहुत बधाई हो कि आपका कोई भी प्रोजेक्ट होल्ड पे नहीं गया जी, ये बड़ी खुशी की बात है जी, आपको बहुत बहुत किस्मत भी कह लो, साथ में थोड़ी सी जजमेंट भी समझ लो आप। नहीं सवाल साहब, जो आपकी जो स्किल्स हैं, जो कैपेबिलिटी उसके हिसाब से है। दूसरा सवाल अच्छा, क्योंकि एक तो वो सवाल ना मेरा भी यही सवाल था कि हम लोग इतना डिपॉजिट देते हैं हर मंथली, ये वो पैसा किधर जाता है, वो मेरा एक सवाल भी था, वो पूछना था मैंने। तो आपको समझ में आ गया कि वो बेसिकली वो ट्रस्ट अकाउंट में पड़ा रहता है, उसका कोई यूज नहीं होता है जी। नहीं, उसके ऊपर ब्याज आपको मिलता है। हमारे साथ जितने भी क्लाइंट्स चलते हैं हम उसके ऊपर क्लॉज डलवा देते हैं। जो लॉयर उसको जहाँ भी डाल रहा है, पैसा कमा रहा है, वो पैसा आपका है, आपके पैसे के हिसाब से आपको इंटरेस्ट आता है और आपको हर डिपॉजिट के बाद एक लेटर आता है लॉयर से कि आपका ये पैसा हमने इस अकाउंट में डाल दिया और वो इतना पैसा अर्न कर रहा है मंथली। लेकिन सरवर साहब, ये सारे लोग नहीं करते हैं मेरे ख्याल से। हाँ जी, मेरे लिए अच्छा है ना, नहीं करते तो कि वो फिर मेरे पास आते हैं ना फिर क्लाइंट बाद में। लेकिन ये बात सच, यहाँ पर मैं सेल्फिश हो जाता हूँ थोड़ा सा। नहीं, ये बताइए, ये बात सच है कि सब लोग नहीं करते हैं ऐसे? बिल्कुल, वो देखते ही नहीं है, उनको पता ही नहीं, उनको कमीशन से मतलब है, बस कमीशन। आगे बात करता हूँ, वो एग्रीमेंट ही नहीं पढ़ते सर। यहाँ पर हजारों डॉलर साल का सारे एग्रीमेंट पढ़ने के लिए मेरे लॉयर के पास जाता है, और लॉयर के पास क्या जाता है, इन हाउस लॉयर है, हमारे ऑफिस के अंदर ही लॉयर है, उसके पास पूरे एग्रीमेंट जाते हैं, सारे एग्रीमेंट्स को पढ़े जाते हैं। अगर उसके अंदर कोई चेंज होती है तो अमेंडमेंट बनके क्लाइंट के पास चला जाता है, और क्लाइंट कहता है ये कहाँ, ये साइन किसके क्यों करने के लिए आ गया मेरे पास। हम कहते हैं जी तुम्हारे एग्रीमेंट के अंदर ये चीज मेरी रिक्वायरमेंट नहीं थी। जब मैं आपको किसी बिल्डर से दिलवाता हूँ कोई चीज, तो उसके अंदर जब पीके सब्बरवाल नाम लिखा जाता है ना, तो मेरे क्लॉजेज उसके अंदर आ जाते हैं। हमारे बिल्डर से पहले बात हो जाती है कि मेरे को ये क्लॉजेज चाहिए, मुझे ये मेरी कंडीशंस हैं। तो आप अगर सोचते हैं कि सारे एजेंट्स का सेम ही एग्रीमेंट है, गलत बात है।
मेरे को क्लॉजेज चाहिए वो मेरे एग्रीमेंट के अंदर आ जाते हैं ऑटोमेटिकली। फिर भी वो एग्रीमेंट हमारे लॉयर के पास जाते हैं सारे, और उसकी चेकलिस्ट जाती है, और उसके आने के बाद फिर वो मेरे पास आता है। और जब वो मेरे पास आता है तो फिर मैं उसको खुद पढ़ता हूँ। मैं भी खपती हूँ थोड़ा, मैं भी जल्दी छोड़ता नहीं हूँ। तो उसके अंदर फिर उस एग्रीमेंट की लिस्ट बनती है कि असाइनमेंट, जैसे एग्जांपल देता हूँ, जैसे अब जो भी मेरे बहन भाई यहाँ पर मेरे को रट गया, मतलब जिन भी बहन भाई ने मेरे से रेगुलर खरीदा है, अपने एग्रीमेंट खोल लो। एग्रीमेंट पेज नंबर 60 के ऊपर पॉइंट नंबर 2B असाइनमेंट का क्लॉज जो मैंने आपको प्रॉमिस किया हुआ है। कैप डेवलपमेंट चार्जेस पेज नंबर 14 पॉइंट नंबर 24 तो रट गया मेरे को। ये आपका कैप, मैं धीरे धीरे इसलिए बोल रहा हूँ कि मेरे सुनने सारे मेरे बायर्स। पेज नंबर 14 पॉइंट नंबर 24 आप देख लीजिए, क्या डेवलपमेंट चार्ज का प्रॉमिस जो किया था। राइट टू लीज जिसका स्केड्यूल R कहते हैं, पेज नंबर 39। क्रेडिट ऑन क्लोजिंग जो हमने दिलवाया, CB2 कहते हैं, स्केड्यूल पढ़ लीजिए। ये मैं बोलता जाऊंगा, मेरे मन के अंदर अपने अभी पेज आते जाएंगे, आई डोंट नो कैसे आ जाएंगे। तो यानी कि ये हमारे क्लॉजेज हैं जो हमने दिए, हम प्रॉमिस करते हैं। इसी प्रकार आपके डिपॉजिट के ऊपर इंटरेस्ट दिलवाना हमारा काम है, तो आपका पैसा भी खाली नहीं पड़ा हुआ जी। तो इसका मतलब ये है कि हर एक बिल्डर हर एक से अलग अलग डील बनाता है, राइट? इज इट करेक्ट? हर एक बिल्डर क्या? हर एक रियल्टर से अलग अलग डील बनाता है? नो, मैं इसको थोड़ा क्लैरिफाई कर दूं। सारे एक जैसे हैं, फॉर्मेट सारा ही एक है, टेम्पलेट सारी एक है, लेकिन अगर मुझे कोई एक्स्ट्रा क्लॉज चाहिए तो उसके लिए नेचुरली स्केड्यूल बनेंगे ना अलग से। फिर तो अच्छा, मतलब आप कई बार वो अमेंडमेंट बन के आता है। कई बार मैं एक बात और बता दूं सच, बड़ी इंपॉर्टेंट, बहुत अच्छा आपने पॉइंट उठाया गिरीश जी। एग्रीमेंट नॉर्मल सबके पास चला जाता है, लेकिन जो मैंने मांगी है इनसे चीजें, जैसे मैंने अभी आपको बताया कि आप ब्ला ब्ला ब्ला, उसके लिए फिर अलग से अमेंडमेंट बनता है, और वो अमेंडमेंट विद इन 10 days मेरे क्लाइंट के पास साइन होने के लिए चला जाता है। कई बार तो एग्रीमेंट के बीच में पहले ही ऐड होकर चला जाता है, उस एग्रीमेंट में सब कुछ आ जाता है। या कई बार बिल्डर ये चाहते हैं जी नहीं, ये सारा टेम्पलेट जो है रेगुलर उस सबको जाने दो, और तुम्हारे ये क्लॉजेज हम अगले 10 दिन के, जब तक डील फर्म नहीं होती उससे पहले हम भेज देंगे। और हम कह रहे थे अगर हमारे क्लाइंट को 10 दिन के अंदर नहीं आई तो हमारी डील कैंसिल का हम लेटर भेज देंगे, बात खत्म। तो बेसिकली आपके पास एक्स्ट्रा क्लॉजेस होते हैं, एक्स्ट्रा कंडीशंस होती हैं, राइट? यही मतलब? यस, हम उनसे नेगोशिएट करते हैं, और जरूरी नहीं है कि सारी नेगोशिएशन बिल्डर मान ले, ये भी जरूरी नहीं है ना, उसका मानना भी जरूरी है, राइट? अच्छा हाँ सर, एक और चीज़ है कि आजकल देखिए ना, जो रियलिस्टिक प्राइस पे लगाओ तो उससे भी ना थोड़ा सा मामला ठंडा ही है, उसमें थोड़ी सी ऑफर्स कम आ रही है, ये बाजार थोड़ी सी रुकी हुई है आजकल। बिल्कुल, यही बहुत अच्छी बात की। यही मैंने पिछले शो में कहा था कि प्राइस कम गिरा है वो अलग बात है, पर उससे बड़ा प्रॉब्लम ये आ रही है कि मार्केट ठंडी हो गई है, सब सो गए हैं, बायर एंड सेलर। या अच्छा सर, एक और मुझे सवाल है। मान लीजिए किसी के पास 2 प्रॉपर्टी है और एक उसकी इन्वेस्टमेंट वाला है, तो उसकी भी ऐसा भी है कि जो इन्वेस्टमेंट सेकंड प्रॉपर्टी है उस पर भी आजकल रिन्यूअल नहीं आ रहा है जल्दी, वो भी जो एक्सिस्टिंग वाला है बंदा। क्या नहीं आ रहा है सर? रिन्यूअल, मॉर्गेज रिन्यूअल का भी वो अप्रूव नहीं कर रहे हैं, तो वो भी रोक नहीं, नेचुरली अगर आप सेम बैंक के साथ जा रहे हैं तो बैंक, अगर आपके पास कोई डिफॉल्ट नहीं है तो बैंक 99% कुछ नहीं कह रहा, लेकिन अगर आप रिन्यूअल के लिए किसी और बैंक जा रहे हैं तो वो नए सिरे से आपके सारे कागज फिर खुलवा लेगा। नहीं, लेकिन वो भी रोक रहे हैं, एग्जिस्टिंग वाले भी सुना है रोक रहे हैं उनको, कुछ कहीं पे कुछ विदाउट एनी। मेरे पास ऐसा केस कोई नहीं आया जी। अच्छा ठीक है, मोंगा साहब जरूरी जो आपको जिसने बताया होगा उसने एक आधा डिफॉल्ट किया होगा। ओके। अच्छा मोहन साहब, देखिए जब हम मॉर्गेज साइन करने जाते हैं वहाँ पे, तो वो आखिरी में आपको बोलते हैं कि कोई इंश्योरेंस है, लाइफ इंश्योरेंस या क्रिटिकल या व्हाटएवर, तो उसमें भी उनके जो सवाल होते हैं उसमें क्या वो मेडिकल करते हैं वो लोग? नॉर्मली क्या होता है सर, पहले आपको आंसर देने होते हैं जो ऑप्शन होते हैं। अगर वो चाहते हैं तो मेडिकल करवाते हैं। मोस्टली 90% केसेस में मेडिकल नहीं होते हैं, हाँ जी, लेकिन कई केसेस में मेडिकल होते हैं। हाँ जी। अब दिक्कत वहीं पे है कि उसने पूछा तुमको कभी खांसी आई, कुछ आया? वो तो खांसी तो नॉर्मल होती है। अब पता चला कि वो कहीं मान लो गलती से क्लेम हुआ तो बंदा बोले कि भाई तुमको टीबी थी या फलाना था ठिकाना था, तुमने डिस्क्लोज नहीं किया। तो ये ऐसा ये बैंक वाले झांसा क्यों देते हैं? मतलब सही मेडिकल क्यों नहीं कराते हैं? वो तो बंदा तो फंस गया। अब खांसी तो नॉर्मल भी हो सकती है, और या उसको पता चला कुछ उसको बीमारी भी लगी होती है जी। आपको मेरा सवाल समझ में आया? पहले मेरे को बिल्कुल समझ में आया। पहली चीज मैं आपको एक्सप्लेन कर दूं। हम नॉर्मली जब किसी के साथ बैठते हैं हम ये चाहते हैं कि क्योंकि बैंक की पॉलिसी जो मॉर्गेज की पॉलिसी होती है और नॉर्मल जो हम बेचते हैं पॉलिसी, उसमें बहुत डिफरेंस होता है, ठीक है। तो हम ये सजेस्ट करते हैं कि आप उधर मेडिकल करवा के लें। बेसिकली मेडिकल इज द बेस्ट थिंग, क्योंकि अभी से सारा कुछ क्लियर हो गया है। लेकिन अब मैं आपसे एक सवाल पूछता हूँ सर। आपने आंसर किया कि खांसी नहीं आई,
ठीक है, आपको बना रहा हूँ गिरीश जी, जवाब दे सकते हैं आप? यस यस। ठीक है, आपने बोला कि ऐसा कुछ नहीं है, ठीक है। उसने पूछा खांसी आती है, आपने बोला नहीं आती है, लेकिन आपके डॉक्टर के रिकॉर्ड में है कि आपको टीबी है। नहीं, खांसी तो आई मुझे, नहीं मैंने बोला मुझे खांसी आई है, मुझे कुछ हुआ था, खांसी हुई थी, यस, और खांसी तो हो सकती है ना। तो उन्होंने पूछा कि कोई दवा, उन्होंने बिल्कुल पूछते हैं, उसमें लाइन होती है सर, ये सारी, कोई डॉक्टर से कंसल्टेशन है आपकी, आपने कोई दवाई लेते हो, अगर टीबी है तो दवाई लेते हो आप? नहीं लेता मैं दवाई, लेकिन लाइक आई मीन हो सकता है कि, और डॉक्टर के रिकॉर्ड में तो आई है ना जी, डॉक्टर के रिकॉर्ड, जो चीज डॉक्टर के रिकॉर्ड में आप उसको नो कैसे बोल सकते हैं? वो तो आपको पता है, क्योंकि उन्होंने क्या करना है जब क्लेम देना है। सर क्लेम मैं क्लेम में खुद इन्वॉल्व होता हूँ, क्योंकि मैं उस तरह का बंदा नहीं हूँ। जो इंश्योरेंस पॉलिसी मैंने दी है उसमें मैं खुद क्लेम में इन्वॉल्व होता हूँ, ताकि मैं अच्छी तरह समझ सकूं, क्योंकि किसी के घर में किसी की डेथ हुई है, किसी को बीमारी हुई है, उसको दिक्कत नहीं आनी चाहिए लाइफ में, उसकी फैमिली को। मैं उसके लिए लायबल हूँ एक्चुअली, क्योंकि मैंने वो पॉलिसी बेची थी। तो होता क्या है सर, दो चीजें ध्यान रखिएगा जब क्लेम आता है। सबसे पहले वो आपके फैमिली डॉक्टर के पास जाएंगे, सारी उसको बोलेंगे बता क्या क्या चीजें हैं, और वो उस दिन की पूछेंगे जब आपने एप्लीकेशन साइन की थी और जब आपने पॉलिसी ले ली थी। पॉलिसी रिसीव होने से पहले की चीजें पूछते हैं, बाद की नहीं पूछते हैं। पहले कुछ क्या था और आपने क्या लिखा है, वहां पे दोनों को मैच किया जाता है। आपने झूठ, क्योंकि कोई बड़ी चीज है, कोई दवाई चल रही है, डॉक्टर्स के पास आप जाते हो, रेगुलर मिल रहे हो, और उसको आप नो कह रहे हो, तो इसका मतलब आप फ्रॉड कर रहे हो कंपनी के साथ, ठीक है। तो नहीं, दूसरी चीज सर, वो ओहिप के पास भी जाते हैं। ओहिप से वो डेटा निकालते हैं कि भैया 5 साल का पिछले ये कहाँ वॉक इन में गया बंदा। हो सकता है फैमिली डॉक्टर को आपने बताया ही ना हो, आप वॉक इन से ही काम चला रहे हो, तो वो वॉक इन भी जाते हैं वहां पे। तो अगर आपको कुछ पता है तो सच बोलना होता है। यही तो प्रॉब्लम है, जो ये बात करते हैं ना जी, इंश्योरेंस कंपनियां मना कर देती हैं, ये नहीं करती। आप अगर बताओगे ही नहीं तो इंश्योरेंस कंपनी को पता कैसे चलेगा? वो तो बाद में डॉक्टर से ही पूछेगी ना। तो मुझे तो ये समझ में आया कि आप पूरा मेडिकल एग्जाम करा के तभी लोग, वही फायदा है, वो बैंक वाले के चक्कर में ना पड़ो, वही बेटर है। वो तो अब कोई सामने आके बैठेगा तो इंडिविजुअल सिचुएशन। ठीक है। अच्छा, एक आखिरी सवाल, मुझे ये देखिए, कनाडा की जो ये प्रोडक्टिविटी है और जो जीडीपी है, ये सब बहुत नीचे जा रही है जी। जो प्रोडक्टिविटी 15वें नंबर पे है, अब यूएस की कहाँ पे, हमारी कहाँ पे है, हमारा जीडीपी कहाँ पे है, तो ये कैसे इतना डिक्लाइन, ऑटो इंडस्ट्री कोई लग नहीं रही है जी, और क्या बोलते हैं, और एक दो और पॉइंट से, तो ये ऐसे कैसे चलेगा देश, या कोई 1-2 पॉइंट, हाँ, तो इसके बारे में बताइए प्लीज। सर आपसे पहले तो मैं बताना चाहूंगा, इमिग्रेंट्स ने वापस जाना शुरू कर दिया है। अब तो उनकी तादाद बढ़ गई है, आपको पता है इस बात की? न्यूज देखी सुनी है आपने सर? इन्हीं प्रॉब्लम्स की वजह से तो इमिग्रेंट जो आ रहे हैं उनकी तादाद डबल से ज्यादा होगी वापस जाने की, और वो वापस जा रहे हैं जी। तो हाँ, अब ये देखिए कि मैन्युफैक्चरिंग डाउन है, ऑटो सेक्टर डाउन है जी, और ये क्या, ये अपनी जो सरकार की जो पॉलिसीज है वो भी कोई अच्छी नहीं बन रही, जो उनका टैक्स सिस्टम है वो भी डाउन है, ज्यादा टैक्स वो भी रिफॉर्म करना है। तो ये सब ओवरऑल सिचुएशन से फिर देश कहाँ बढ़ेगा, ये थोड़ा बता दीजिए अपने कमेंट पर। बहुत बहुत धन्यवाद जी। देखिए, पहली चीज एक एक करके जवाब देता हूँ। सर आपने अभी बोला कि ऑटो इंडस्ट्री कुछ नहीं आ रही। सर अभी पिछले हफ्ते ही तो हम इस बात पे झगड़ रहे थे कि सबसे बड़ा नॉर्थ अमेरिका का प्लांट सेंट थॉमस में आ रहा है और हमारी सरकार ने पैसा दे पैसा दे के बुलाया है ना, पैसा दे के। सिर्फ वो तो बिलियंस ऑफ डॉलर लग रहे हैं सर, वहाँ तो छोटे छोटे मोटे बिलियंस दिए गए हैं, ठीक है। तो बुलाना तो पड़ेगा आपको, क्योंकि हमने क्या किया आपको पता है? वहाँ पे आपको पूरी चीज पता है कि यूएस ने डिस्काउंट दिए थे, यूएस की पॉलिसी थी, हमने उसको मैच किए उनको यहाँ लाने के लिए, अदरवाइज वो यूएस में लगा रहे थे। सो आप ये सोचते हैं कि हम पैसा दे के लेके भी ना आए और उसके बाद हम ये बोलते रहे कि यहाँ तो कोई आता ही नहीं है जी, बिजनेस नहीं खुल रहे हैं। हमें किसी और कंट्री से कम्पीट करना है ना उनको लाने के लिए, सो हमें कुछ करना पड़ेगा ना। सो अगर आप बिजनेस चाह रहे हो इस कंट्री में तो बिजनेसमैन की तरह सोचना शुरू करो। अगर आप इस तरह सोचते रहोगे कि हमारा टैक्स पेयर का पैसा कहीं ना जाए तो आपको नौकरी भी नहीं मिलेगी। नौकरी लेने के लिए हमें टैक्स पेयर का पैसा खर्चना पड़ेगा। दूसरी चीज, जो अब जीडीपी की बात कर रहे हैं, यस देयर इज अ स्लो डाउन सर, पूरी दुनिया में स्लो डाउन है, हमारा ही नहीं है। हमारी जीडीपी अभी अगले साल 0.9 की प्रेडिक्शन है, 1% की। इस साल हम कॉन्ट्रैक्शन में जा रहे हैं, लेकिन ये पूरी दुनिया के हालात है, हमारे नहीं। लेकिन सर ये प्रोडक्टिविटी क्यों डाउन है? मैं वो डग पोर्टर जी की रिपोर्ट पढ़ रहा था बीएमओ के,
आपने शायद पढ़ा होगा। प्रोडक्टिविटी का मतलब क्या होता है? 15वें 16वें 17वें नंबर पे है जी सर। हमारी जीडीपी इस वक्त अगर आप देखें तो 2022 के हिसाब से देख लें अगर, तो हम दुनिया में 9th नंबर पे आते हैं। ठीक है सर, ठीक है धन्यवाद, थैंक यू। अच्छा, जाने से पहले क्विकली मैं गिरीश जी आपको बता दूं कि कल आपने 2 से 6 जो प्रोग्राम चलता है, अभी हमारे बाद 2 बजे मैं न्यूज एनालिसिस खत्म कर देते हैं, 9 से 2 न्यूज एनालिसिस होता है 5 घंटे। उसके बाद आपने कल एक सिल्वर कॉइन जीता है, तो आपकी डॉटर ने आई थिंक सिल्वर कॉइन जीता है, सो आपके लिए ये गुड न्यूज है। कल 2 से 6 सरा जी, हाँ कल इन्हें जीते हैं, तो आप टेक्स्ट कर देना जी 4164755000 2 बजे तो लेके 6 बजे तक। सरा जी वैसे ये जाती है ਤੁਹਾਡੇ ਕੋਲ ਸਾਨੂੰ ਜਿਹੜਾ ਸਵੇਰੇ 9 ਤੋਂ 2 5 ਘੰਟੇ ਸਾਨੂੰ ਲਗਾਉਂਦੇ ਹੋ, ਸਾਨੂੰ ਇੱਕ ਅੱਜ ਇਨਾਮ ਜ਼ਰੂਰ ਥੈਂਕਸ ਟੂ ਪੀਕੇ ਜੀ ਕਿ ਸਾਨੂੰ ਅੱਜ ਡਿਨਰ ਦਾ ਤੇ ਉਹ ਆਈਫੋਨ ਦਾ ਇੱਕ ਇਨਾਮ ਮਿਲ ਗਿਆ। ਅਦਰਵਾਈਜ਼ ਅਸੀਂ ਤੇ ਇੰਨੇ ਸਾਲਾਂ ਤੋਂ ਬਿਨਾਂ ਕਿਸੇ ਗਿਫਟ ਤੋਂ ਸਾਰੇ ਤੋਹਫੇ, ਸਿਲਵਰ ਕੋਇਨਸ, ਹੋਰ ਮੂਵੀ ਟਿਕਟਸ, ਪਤਾ ਨਹੀਂ ਕੀ ਕੁਛ, ਸਾਰਾ 2 ਤੋਂ 6 ਹੀ ਸਾਰਾ ਇਨਾਮ ਵੰਡਿਆ ਜਾਂਦਾ ਹੈ। ਖੈਰ ਸਰਾ ਜੀ ਆਲ ਦੀ ਬੈਸਟ ਟੂ ਯੂ। तो 2 ਤੋਂ 6 ਬੜੇ ਸਾਰੇ ਇਨਾਮ ਅਸੀਂ ਦਿੰਨੇ ਆ, 2 PM to 6 PM। मूवी टिकट्स मिलदियां ने, डिनर दी टिकट्स मिलदियां ने, करवा चौथ इन्होंने बड़े सारे नाम देते हैं, सिल्वर कॉइन्स दे रहे हैं रोजा। सरा जी कितने देते हैं? रोज का एक सिल्वर कॉइन दे रहे हैं आप? बिल्कुल लिदवी जी रोज का एक सिल्वर कॉइन भी दिंदे आ। कल गिरीश जी दी डॉटर ने जितया, कल होते 2 ਤੋਂ 6। सो इसी तरह रोज इनाम जी ਤੁਹਾਨੂੰ मिलते रहेंगे। गिरीश जी आपके लिए कम से कम ये खुशखबरी है, आपने बड़े सारे सवाल पूछे तो आपकी डॉटर ने कल जीता है 2 से 6 सिल्वर कॉइन। आप टेक्स्ट कर दें और अपना सिल्वर कॉइन कलेक्ट कर लें 416 475 5000 वाई मीडिया के नंबर दे। गिरीश जी अपना मैच के बारे में बताइए, डिनर भी जीतिए। हाँ ਇਹ ਵੀ ਗੱਲ ਠੀਕ ਹੈ। ਅੱਛਾ, ਉਹ ਵੀ ਅਸੀਂ ਇੱਥੇ ਹੁਣੇ ਐਲਾਨ ਕਰ ਦਿੰਦੇ ਆ ਕਿ ਦੁਬਾਰਾ ਤੋਂ ਮੈਂ ਦੱਸ ਦਿੰਦਾ ਸਰ। ਉਹ ਕਹਿੰਦੇ ਜੀ ਕੁਐਸਚਨ ਸਿੰਪਲ ਕਰੋ, ਕਿ ਕੁਐਸਚਨ ਸਿੰਪਲ ਕਰ ਦਿੰਦੇ ਆ। ਚਲੋ ਇੰਨਾ ਰੱਖੋ ਤੁਸੀਂ ਵੀ, ਕੌਣ ਜਿੱਤੇਗਾ ਲੱਕੀ ਡਰਾਅ ਵਾ ਤੁਸੀਂ। ਸਿੰਪਲ ਕੁਐਸਚਨ ਹੈ, ਇੰਡੀਆ ਜਿੱਤੇਗਾ ਜਾਂ ਹਾਰੇਗਾ, ਤੁਸੀਂ ਇਹ ਦੱਸਣਾ ਹੈ। ਹੁਣ ਜੇ ਜਿਹੜੇ ਯੈਸ ਵਾਲੇ ਹੋਣਗੇ, ਜੇ ਤਾਂ ਇੰਡੀਆ ਜਿੱਤ ਗਿਆ ਮੈਚ ਤੇ ਯੈਸ ਵਾਲਿਆਂ ਚੋਂ ਪਰਚੀ ਕੱਢ ਦਿਆਂਗੇ। ਜੇ ਇੰਡੀਆ ਗੋਡ ਫੋਰਬਿਡ, ਅਸੀਂ ਨਹੀਂ ਚਾਹੁੰਦੇ ਹਾਰੇ, ਜੇ ਇੰਡੀਆ ਹਾਰ ਗਿਆ ਤੇ ਫਿਰ ਹਾਰਿਆਂ ਵਾਲਿਆਂ ਚੋਂ ਪਰਚੀ ਕੱਢ ਦਿਆਂਗੇ। ਸੋ ਦੋ ਅਲੱਗ-ਅਲੱਗ ਅਸੀਂ ਰੱਖ ਦੇਣੇ ਆ ਤੇ ਪੀਕੇ ਜੀ ਚੋਂ ਪਰਚੀ ਕੱਢ ਦੇਣਗੇ। ਜੇ ਇੰਡੀਆ ਜਿੱਤ ਗਿਆ ਤੇ ਜਿੱਤੇ ਵਾਲਿਆਂ ਚੋਂ ਪਰਚੀ ਕੱਢ ਕੇ ਹੱਥ 'ਚ ਪਕੜਾ ਦੇਣਗੇ ਕਿ ਆਪ ਪਕੜੋ ਜੀ ਜਿੱਤੇ ਵਾਲਿਆਂ ਚੋਂ ਪਰਚੀ, ਇਹਨਾਂ ਨੂੰ ਦੇ ਦਿਓ ਜੀ ਆਪਣੇ 4 ਜਿਹਨਾਂ ਨੂੰ ਮਿਲਣੇ ਨਾਲੇ ਡਿਨਰ $100 ਦਾ ਵਾਊਚਰ ਮਿਲ ਰਿਹਾ। ਸੋ ਚਾਂਸ ਤੁਹਾਡਾ ਬੜਾ ਵੱਧ ਗਿਆ, ਸੋ ਉਹਦੇ ਤੋਂ ਦੇ ਸਕਦੇ ਹੋ। ਇੱਕ ਹਾਰਿਆਂ ਵਾਲੇ ਦੀ ਕੱਢੀ ਜਾਏਗੀ। ਸੋ ਮੈਂ ਦੁਬਾਰਾ ਦੱਸ ਦਵਾਂ, ਤੁਸੀਂ ਆਪਣਾ ਦੱਸ ਦਿਓ ਇੰਡੀਆ ਸੈਮੀਫਾਈਨਲ ਜਿੱਤੇਗਾ ਕਿ ਹਾਰੇਗਾ। ਆਲ ਯੂ ਹੈਵ ਟੂ ਸੇ, ਵਿਲ ਇੰਡੀਆ ਵਿਨ ਦ ਸੈਮੀਫਾਈਨਲ, ਯੈਸ ਔਰ ਨੋ। ਯੈਸ ਵਾਲਿਆਂ ਦੀ ਅਲੱਗ ਪਰਚੀ, ਨੋ ਵਾਲਿਆਂ ਦੀ ਅਲੱਗ ਪਰਚੀ। ਤੁਸੀਂ ਭੇਜ ਦਿਓ ਹੁਣੇ ਆਪਣਾ ਆਨਸਰ 41। ਸਰ ਇੱਕ ਹੋਰ ਕੰਮ ਕਰੀਏ, ਪਾਕਿਸਤਾਨ ਵੀ ਅਗਰ ਆ ਜਾਂਦਾ ਹੈ ਤਾਂ ਅਸੀਂ ਕਰ ਦਿੰਦੇ ਆ ਵੀ ਇਹ ਦੱਸੋ ਪਾਕਿਸਤਾਨ ਜਿੱਤੇਗਾ ਜਾਂ ਇੰਡੀਆ ਜਿੱਤੇਗਾ। ਠੀਕ ਹੈ ਨਾ ਜੀ, ठीक है ना, इस तरह करके नाम कर देंगे। क्योंकि अगर आई लव कि पाकिस्तान भी आए तो मजा आएगा सबनू, क्योंकि इकट्ठे होके अपना पाकिस्तान इंडिया वाले बैठ के इकट्ठे मैच देखने के मजा आएगा। बिल्कुल मैच इकट्ठे देखेंगे, मजा आएगा। वाई मीडिया लाइव ਅਸੀਂ ਕਰ ਰਹੇ ਹਾਂ। ਅਗਲੇ ਪਹਿਲਾ ਸੈਮੀਫਾਈਨਲ ਜਿਹੜਾ ਹੋਏਗਾ ਮੋਸਟ ਲਾਈਕਲੀ ਵੈਂਸਡੇ, ਮੈਂ ਦੱਸਵਾਂ 15 ਨਵੰਬਰ ਦੀ ਡੇਟ ਨੋਟ ਕਰ ਲਓ ਕੈਲੰਡਰ ਤੇ। ਵੈਂਸਡੇ ਸਵੇਰੇ 3 ਵਜੇ ਅਸੀਂ ਲਾਈਵ ਹਾਜ਼ਰ ਹੋ ਜਾਣਾ ਹੈ। ਕੱਲ ਅਸੀਂ ਸਾਰੇ ਅਰੇਂਜਮੈਂਟ ਕਰ ਦਿੱਤੇ ਨੇ, ਸ਼ੁਭੀ ਜੀ, ਵਿਊਜ਼ ਜਿਹੜੇ ਮੇਰੇ ਨਾਲ ਟੀਮ ਪੂਰੀ ਅਸੀਂ ਤਿਆਰ ਕਰ ਲਈ ਹੈ। ਟੈਕਨੀਕਲ ਟੀਮ ਵੀ ਪੂਰੀ ਤਰ੍ਹਾਂ ਤਿਆਰ ਹੈ। ਖਾਣੇ ਦਾ ਪੂਰਾ ਇੰਤਜ਼ਾਮ ਹੈ। ਸਵੇਰੇ 3 ਵਜੇ ਆਓਗੇ, ਤੁਸੀਂ ਕਹੋ ਜੀ ਸਾਨੂੰ ਆਉਂਦੇ ਚਾਹ ਸਨੈਕਸ ਤੇ ਚਾਹੀਦੇ ਨੇ, ਸਾਨੂੰ ਬ੍ਰੇਕਫਾਸਟ ਹੋਣਾ ਚਾਹੀਦਾ। ਸਾਹਮਣੇ ਬ੍ਰੇਕਫਾਸਟ ਰੈਡੀ ਹੋਏਗਾ ਤੁਹਾਡੇ, ਔਰ ਉਸ ਤੋਂ ਬਾਅਦ ਬ੍ਰੇਕਫਾਸਟ ਲਗਾਤਾਰ, ਫਿਰ ਲੰਚ ਲਗਾਤਾਰ, ਔਰ ਇਸੇ ਤਰ੍ਹਾਂ ਅਸੀਂ 8 ਘੰਟੇ ਲਾਈਵ। ਅੱਛਾ, ਖਬਰਾਂ ਵੀ ਨਾਲ ਦੇਵਾਂਗੇ, ਇੱਦਾਂ ਨਹੀਂ ਇਕੱਲਾ ਮੈਚ ਦਿਖਾਵਾਂਗੇ, ਕਿਉਂਕਿ ਇੰਡੀਆ ਸਵੇਰ ਹੋ ਜਾਂਦੀ ਹੈ 4 ਵਜੇ 5 ਵਜੇ ਜਿਹੜੀਆਂ ਇੰਡੀਆ ਤੋਂ ਖਬਰਾਂ ਆਉਂਦੀਆਂ ਰਹਿਣਗੀਆਂ, ਸਿਆਸਤ ਦੀਆਂ ਖਬਰਾਂ, ਹੋਰ ਕੋਈ ਵੀ ਖਬਰ ਉਹ ਵੀ ਦੇਵਾਂਗੇ, ਲੋਕਲ ਖਬਰਾਂ ਵੀ, ਐਨਾਲਿਸਿਸ ਵੀ। ਵੈਂਸਡੇ ਦੇ ਤੇ ਤੁਹਾਨੂੰ ਵੈਸੇ ਹੀ ਪਤਾ ਹੈ ਕਿ ਵੈਂਸਡੇ ਦਿਨ ਉਹ ਦਿਨ ਬੁੱਧਵਾਰ ਦਾ ਹੈ। ਰੀਅਲ ਸਟੇਟ ਇਕੋਨਮੀ ਵੀ ਡਿਸਕਸ ਹੋਣੀ ਹੈ ਤੇ ਕ੍ਰਿਕਟ ਵੀ ਹੋਣਾ ਹੈ। ਸੋ ਤੁਹਾਨੂੰ ਪੂਰੇ 10 ਘੰਟੇ ਪਹਿਲੀ ਵਾਰੀ ਅਸੀਂ ਅਟੈਂਪਟ ਕਰ ਰਹੇ ਹਾਂ, ਕਿਉਂਕਿ 9 ਵਜੇ ਤੋਂ ਲੈ ਕੇ 2 ਵਜੇ ਤੱਕ ਮੈਂ ਲਾਈਵ ਕਰਦਾ ਨਿਊਜ਼ ਐਨਾਲਿਸਿਸ, ਲੇਕਿਨ ਸਿਰਫ ਇੱਕ ਦਿਨ ਲਈ ਇੰਡੀਆ ਦਾ, ਕਿਉਂਕਿ ਸੈਮੀਫਾਈਨਲ ਹੈ। ਸਵੇਰੇ ਅਸੀਂ 3 ਵਜੇ ਸਟਾਰਟ ਕਰ ਦਾਂਗੇ। ਟਾਸ ਹੋਣਾ 3 ਵਜੇ, ਟਾਸ ਤੋਂ ਹੀ ਅਸੀਂ ਸ਼ੁਰੂ ਕਰ ਦੇਣਾ। 3 ਵਜੇ ਦੱਸਾਂਗੇ ਟਾਸ ਇੰਡੀਆ ਨੇ ਜਿੱਤਿਆ ਜਾਂ ਹਾਰਿਆ, ਇੰਡੀਆ ਨੇ ਬੈਟਿੰਗ ਕਰ ਰਿਹਾ, ਬੋਲਿੰਗ ਕਰ ਰਿਹਾ, ਟੀਮ ਕਿਹੜੀ ਖਿਲਾ ਰਹੇ ਆ, ਸਾਰੀ ਚੀਜ਼ ਇੱਕ ਚੀਜ਼ ਤੁਹਾਨੂੰ ਲਾਈਵ ਸ਼ੇਅਰ ਕਰਾਂਗੇ। ਸੋ ਬੜਾ ਆਸਾਨ ਹੈ, ਇੰਡੀਆ ਜਿੱਤੇਗਾ ਕਿ ਨਹੀਂ ਇਹ ਤੁਸੀਂ ਦੱਸਣਾ ਹੈ। 416 475 5000 416 475 5000। ਪੀਕੇ ਜੀ ਆਪਣੇ ਆਪ ਪਰਚੀ ਕੱਢ ਕੇ 4 ਪਰਚੀਆਂ ਕੱਢਣਗੇ। $100 ਦਾ ਗਿਫਟ ਵਾਊਚਰ ਤੁਹਾਨੂੰ ਦਿੱਤਾ ਜਾਏਗਾ ਕਿ ਜੀ ਹਾਂਜੀ ਤੁਸੀਂ ਇਹ ਦੱਸੋ ਕਿ ਜੀ ਹਾਂਜੀ ਇੰਡੀਆ ਜਿੱਤੇਗਾ ਕਿ ਨਹੀਂ, ਔਰ $100 ਗਿਫਟ ਵਾਊਚਰ ਜਾ ਕੇ ਆਰਾਮ ਦੇ ਨਾਲ ਤੁਸੀਂ ਡਿਨਰ ਕਰ ਸਕਦੇ ਹੈਗੇ ਹੋ। ਠੀਕ ਹੈ ਜੀ, ਓਕੇ। ਔਰ ਯੈਸ ਜੀ ਦਾ ਮੈਸੇਜ ਆ ਗਿਆ, ਯੈਸ ਇੰਡੀਆ ਵਿਲ ਵਿਨ। ਯੈਸ ਜੀ ਤੁਸੀਂ ਤਾਂ ਮੈਸੇਜ ਨਾ ਪਾਓ, ਤੁਸੀਂ ਉੱਥੇ ਪਹੁੰਚੋ, ਤੁਸੀਂ ਤਾਂ ਆਉਣਾ ਹੈ ਉਸ ਦਿਨ, ਤੁਸੀਂ ਤਾਂ ਵਨ ਆਫ ਦਾ ਗੈਸਟ ਹੋ ਉੱਥੇ। ਠੀਕ ਹੈ ਜੀ, ਤੇ ਤੁਹਾਨੂੰ ਤਾਂ ਵਾਊਚਰ ਤੁਹਾਡਾ ਉੱਥੇ ਹੀ ਕੱਢਾਂਗੇ। ਗੁਰਸ਼ਰਨ ਜੀ ਨੈਕਸਟ ਕਾਲ। ਗੁਰਸ਼ਰਨ ਜੀ ਤੁਸੀਂ ਆਉਂਦੇ ਰਹੋ। ਵੀਰਾ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਠੀਕ ਹੈ ਜੀ, ਅੱਜ ਪ੍ਰੋਗਰਾਮ ਪੂਰਾ ਤੁਹਾਨੂੰ ਨਹੀਂ ਹੋਇਆ, ਸੌਰੀ ਬਤਾਇਆ ਨੇ।
ਪਿੱਛੇ ਤੁਸੀਂ ਕਹਿੰਦੇ ਘਰਾਂ ਦੀ ਮਾਰਕੀਟ ਠੰਡੀ ਹੋ ਗਈ ਆ। ਲਾਸਟ ਵੀਕ ਆਪਣੇ 2-3 ਬਿਲਡਰਾਂ ਨੇ ਘਰ ਓਪਨ ਕੀਤੇ ਆ, ਪਰ ਉਹਨਾਂ ਦੀ ਪ੍ਰਾਈਸ ਤਾਂ ਫਿਰ ਹੋਰ $1.5 ਲੱਖ ਉਹਨਾਂ ਨੇ ਵਧਾ ਦਿੱਤੀ ਆ। ਸੈਮੀ ਦੀ ਵੀ, ਟਾਊਨ ਹਾਊਸ ਦੀ ਵੀ, ਸਿੰਗਲ ਘਰਾਂ ਦੀ ਪ੍ਰਾਈਸ ਬਹੁਤ ਹਾਈ ਕਰਦੀ। ਮੈਂ ਉਹ ਬਿਲਡਰ ਮੈਂ ਕਿਹਾ ਯਾਰ ਮੇਰੇ ਕੋਲ ਪ੍ਰਾਈਸ ਪਈ ਆ ਤੁਹਾਡੀ ਆ ਲਾਸਟ ਈਅਰ ਦੀ, ਤਾਂ ਵੀ ਤੁਸੀਂ ਤਾਂ ਹੋਰ ਐਕਸਪੈਂਸਿਵ ਕਰ ਦਿੱਤੇ ਆ। ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਤੁਹਾਡੀ ਗੱਲ ਦਾ ਪਹਿਲੇ ਜਵਾਬ ਦੇਣਾ, ਕਿਉਂਕਿ ਬਿਲਡਰ ਨੂੰ ਉਸ ਤੋਂ ਥੱਲੇ ਸੂਟ ਹੀ ਨਹੀਂ ਕਰ ਰਿਹਾ। ਮੈਂ ਇਹ ਨਹੀਂ ਕਿਹਾ ਕਿ ਪ੍ਰਾਈਸ ਗਿਰ ਗਈ ਹੈ, ਪਹਿਲੇ ਸ਼ੋਅ 'ਤੇ ਮੈਂ ਕਿਹਾ ਕਿ ਐਕਟੀਵਿਟੀ ਘਟ ਗਈ ਹੈ ਉਹਨਾਂ ਦਾ। ਦੇਖੋ ਉਹ ਕੈਚ 22 ਦੇ ਅੰਦਰ ਫਸ ਚੁੱਕਿਆ ਬਿਲਡਰ ਇਸ ਵਕਤ। ਪ੍ਰਾਈਸ ਘੱਟ ਕਰਦਾ ਤੇ ਘਾਟੇ ਚਲਾ ਜਾਂਦਾ, ਪ੍ਰਾਈਸ ਵਧਾਦਾ ਤੇ ਵਿਕਦਾ ਨਹੀਂ ਹੈਗਾ। ਇਸ ਕੈਚ 22 ਦੇ ਅੰਦਰ ਫਸਿਆ ਹੈ ਬਿਲਡਰ ਇਸ ਵਕਤ। ਬਿਲਡਰ ਬਹੁਤ ਪਰੇਸ਼ਾਨੀ 'ਚ ਹੈਗਾ, ਕਿਉਂਕਿ ਘੱਟ ਪ੍ਰਾਈਸ ਕਰ ਹੀ ਨਹੀਂ ਸਕਦਾ। ਕਾਸਟ ਇੰਨੀ ਜ਼ਿਆਦਾ ਵੱਧ ਗਈ ਹੈ, ਇੰਟਰਸਟ ਇੰਨਾ ਜ਼ਿਆਦਾ ਵੱਧ ਗਿਆ। ਤੁਸੀਂ ਸੋਚੋ ਸਾਲ ਪਹਿਲੇ ਜੋ ਇੰਟਰਸਟ ਸੀਗਾ ਔਰ ਅੱਜ ਜਿਹੜਾ ਇੰਟਰਸਟ ਹੈ ਕਿੰਨਾ ਆ ਗਿਆ, ਉਹਨੂੰ ਸੂਟ ਹੀ ਨਹੀਂ ਕਰ ਰਿਹਾ ਸਰ। ਫਿਰ ਉਹ ਜਦੋਂ $1.5 ਲੱਖ ਪ੍ਰਾਈਸ ਵਧਾ ਕੇ ਫਿਰ ਉਹਨੇ ਐਂਡ ਤੇ ਕਹਿੰਦਾ ਵੀ ਮੈਂ $1 ਲੱਖ ਤੇ ਤੁਹਾਨੂੰ ਅਪਗ੍ਰੇਡ ਦੇ ਦੇਣਾ, ਇੰਨੇ ਕਰ ਦੇਣਾ, ਇੰਨੇ ਕਰ ਦੇਣਾ। ਪਰ ਜਿਹੜੀ ਗੌਰਮੈਂਟ ਰੌਲਾ ਪਾਉਣ ਡਈ ਆ ਵੀ ਅਸੀਂ ਮਹਿੰਗਾਈ ਤੇ ਕੰਟਰੋਲ ਕਰਨ ਡਏ ਆ, ਮਹਿੰਗਾਈ ਤੇ ਤਾਂ ਕਿੱਦਾਂ ਕੰਟਰੋਲ ਹੋ ਸਕਦਾ ਹੈ? ਜਿੱਥੋਂ ਚੀਜ਼ ਪ੍ਰੋਡਿਊਸ ਹੋਣੀ ਆ ਉਹਨਾਂ ਦੀ ਤਾਂ ਪ੍ਰਾਈਸ ਤੇ ਹੋਰ ਹਾਈ ਹੋਈ ਚਲੀ ਜਾਂਦੀ, ਉੱਤੋਂ ਇੰਟਰਸਟ ਰੇਟ ਹਾਈ ਹੋ ਗਿਆ। ਇਹ ਆਈ ਡੋਂਟ ਨੋ ਕਿੱਦਾਂ ਇਹ ਕੰਟਰੋਲ ਕਰਨਗੇ ਜਾਂ ਕਿੱਦਾਂ ਹੋਊਗਾ। ਬਿਲਕੁਲ ਜਿਹੜਾ ਕਹਿੰਦਾ ਨਾ ਜੀ, ਮੈਂ ਤੁਹਾਨੂੰ ਜਿਹੜਾ ਕਹਿੰਦਾ ਨਹੀਂ ਮੈਂ ਤੁਹਾਨੂੰ 1 ਲੱਖ ਦੇ ਅਪਗ੍ਰੇਡ ਦੇ ਦਿਆਂਗਾ, ਉਹ ਅਪਗ੍ਰੇਡ ਐਕਚੁਅਲੀ 40,000 ਦੇ ਹੁੰਦੇ ਨੇ। ਉਹਨਾਂ ਦੀ ਕਾਸਟ 40,000 ਹੈ, 40% ਹੁੰਦੀ ਹੈ ਉਹਨਾਂ ਦੀ ਕਾਸਟ, ਕਿਉਂਕਿ ਉਸ ਅਪਗ੍ਰੇਡ ਦੇ ਉੱਤੇ ਕਰ ਰਿਹਾ, ਕੰਸਟਰਕਸ਼ਨ ਦੀ ਗੱਲ ਨਹੀਂ ਕਰ ਰਿਹਾ, ਅਪਗ੍ਰੇਡ ਦੇ ਉੱਤੇ। ਤੁਸੀਂ ਦੇਖ ਲਓ ਅਗਰ ਉਹਨੇ ਕੋਈ ਮੰਨ ਲਓ ਵੈਲੈਂਸ ਲਾਈਟ ਲਗਾਣੀ ਹੈ ਤੇ ਬਿਲਡਰ ਕਹਿੰਦਾ ਜੀ ਮੈਨੂੰ 2,000 ਚਾਹੀਦਾ, ਮਾਰਕੀਟ ਨਾਲ ਤੁਹਾਨੂੰ 800 ਦੀ ਲੱਗ ਜਾਂਦੀ ਹੈਗੀ। ਤੇ ਉਹ ਕਹਿਣ ਨੂੰ 1 ਲੱਖ ਹੁੰਦਾ ਹੈ ਅਪਗ੍ਰੇਡ, ਲੇਕਿਨ ਐਕਚੁਅਲੀ ਬਿਲਡਰ ਨੂੰ ਤਾਂ 40,000 ਦਾ 1.5 ਲੱਖ ਵਧਾਇਆ, 40-50,000 ਦੇਤਾ, ਲੱਖ ਫਿਰ ਵਧਾਤਾ, ਕਿਉਂਕਿ ਉਹਨੇ ਆਪਣਾ ਖਰਚਾ ਪੂਰਾ ਕਰਨਾ ਹੈਗਾ। ਠੀਕ ਹੈ, ਥੈਂक्स ਧੰਨਵਾਦ। ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਕਮਲਜੀਤ ਪਲੀਜ਼ ਆਸਕ ਪੀਕੇ ਜੀ, ਹੀ ਡਿਡ ਨਾਟ ਅਨਾਉਂਸ ਦ ਸਿਟੀ ਫॉर हिज। ਸਰ ਤੁਸੀਂ ਸਿਟੀ ਨਹੀਂ ਅਨਾਉਂਸ ਕੀਤਾ ਕੋਈ ਉਹ ਪ੍ਰੋਜੈਕਟ ਜਿਹੜਾ ਆਪਾਂ ਦੱਸਿਆ ਸੀ? ਅੱਛਾ ਜਿਹੜੀ ਮੈਂ ਉਹ ਕਰ ਰਿਹਾ ਸੀਗਾ ਜੇ ਟਾਊਨ ਹੋਮਸ ਵਗੈਰਾ ਦੀ ਗੱਲ ਕਰ ਰਹੇ ਸੀ ਫ੍ਰੀ ਹੋਲਡ। ਹਾਂ ਸ਼ੁਰੂ ਤੋਂ ਦੱਸ ਦਿਓ ਸਾਰਾ ਹੀ, ਸ਼ੁਰੂ ਤੋਂ ਦੱਸ ਦੇਣਾ। ਲੇਕ ਸਿਮਕੋ ਦਾ ਸ਼ੋਰ ਹੈਗਾ ਔਰ ਉਹਦਾ ਜਗ੍ਹਾ ਦਾ ਨਾਮ ਹੈਗਾ ਬਿਵਰਟਨ। ਇਜ਼ ਮਾਈ ਫਰੈਂਡ ਬਿਲਡਰਸ, ਮੇਰੇ ਫਰੈਂਡ ਹੈਗੇ ਨੇ, ਏਜ ਡਿਵੈਲਪਮੈਂਟ ਹੈਗੀ। ਔਰ ਮੈਂ ਤੁਹਾਨੂੰ ਦੱਸ ਰਿਹਾ ਸਿਰਫ 25 ਫ੍ਰੀ ਹੋਲਡ ਟਾਊਨ ਹੋਮ ਆ ਰਹੇ ਨੇ ਔਰ 799,990 ਤੋਂ ਸ਼ੁਰੂ ਹੋ ਰਹੇ ਨੇ। ਤੁਸੀਂ ਇਹ ਫ੍ਰੀ ਹੋਲਡ ਟਾਊਨ ਹਾਊਸ ਹੈਗੇ ਨੇ ਜੀ, 3 ਕਾਰਾਂ ਦੀ ਪਾਰਕਿੰਗ ਤੱਕ ਅਸੀਂ ਦੇ ਰਹੇ ਹਾਂ, ਕਿਉਂਕਿ ਅਸੀਂ ਉਹਦੇ ਅੰਦਰ 2 ਅਪਾਰਟਮੈਂਟ ਬਣਾ ਕੇ ਦੇ ਰਹੇ ਹਾਂ, ਲੀਗਲ 2 ਅਪਾਰਟਮੈਂਟ ਬਣਾ ਕੇ ਦੇ ਰਹੇ ਹਾਂ। ਫਲੈਕਸੀਬਲ ਡਿਪੋਜ਼ਿਟ ਸਟਰਕਚਰ ਹੈ ਸਰ, 2,000 ਮਹੀਨਾ ਦੇਣਾ ਹੈ, 74,000 ਟੋਟਲ ਡਿਪੋਜ਼ਿਟ ਤੋਂ ਅਸੀਂ ਸ਼ੁਰੂ ਹੋ ਰਹੇ ਹਾਂ। ਔਰ ਮੈਂ ਦੱਸ ਦਿਆਂ ਕਿ ਕਲੋजिंग ਪੀਰੀਅਡ 2 ਸਾਲ ਮਿਨੀਮਮ ਹੋਏਗਾ, ਉਹਦੀ ਚਿੰਤਾ ਨਾ ਕਰੋ। Airbnb ਉਹ ਏਰੀਆ 'ਚ ਬਹੁਤ ਕਾਮਯਾਬ ਹੈਗਾ, ਫਰੈਂਡਲੀ ਹੈਗਾ, ਬਿਲਡਰ ਵੱਲੋਂ ਅਪਰੂਵਲ ਹੈਗੀ। ਦੋਨੋਂ ਯੂਨਿਟ ਤੁਸੀਂ ਰੈਂਟ ਤੇ ਦੇ ਸਕਦੇ ਹੋ। Airbnb ਤੇ ਤੁਹਾਡਾ ਕੰਟਰੈਕਟ ਕਰਾ ਕੇ ਦੇਵਾਂਗੇ, ਬਕਾਇਦਾ ਪੂਰਾ ਕੰਟਰੈਕਟ ਕਰਾਵਾਂਗੇ ਤਾਂ ਕਿ ਤੁਹਾਨੂੰ Airbnb ਨਾਲ ਸਿੱਧਾ ਤੁਹਾਡਾ ਆਨਲਾਈਨ ਸਿਸਟਮ ਇੱਕ ਡਾਇਰੀ ਬਣ ਜਾਂਦੀ ਹੈ। ਜਦ ਤੁਸੀਂ ਜਾਣਾ ਹੋਏ ਤਾਂ ਕਹਿ ਦਿਓ ਜੀ ਇਹ ਵੀਕਐਂਡ ਤੁਸੀਂ ਨਾ ਚੜਾਓ, ਅਸੀਂ ਜਾ ਕੇ ਉੱਥੇ ਰਹਿਣਾ ਹੈਗਾ। ਜਾਂ ਕਈ ਲੋਕ ਇਹ ਵੀ ਕਰਨਗੇ ਕਿ ਇੱਕ ਅਪਾਰਟਮੈਂਟ ਆਪਣੇ ਕੋਲ ਰੱਖ ਲੈਣਗੇ, ਜਿਹੜਾ ਮੇਨ ਫਲੋਰ ਵਾਲਾ ਛੋਟਾ ਔਰ ਵੱਡਾ ਉੱਤੇ ਵਾਲਾ 3 ਬੈਡਰੂਮ 4 ਬੈਡ ਰੈਗੂਲਰ Airbnb। ਅਸੀਂ ਰੈਂਟਲ ਇਨਕਮ ਕਾਊਂਟ ਕੀਤੀ ਹੈ ਸਰ, ਸਮਾਲ ਤੋਂ 6,000 ਤੋਂ ਸ਼ੁਰੂ ਹੋ ਕੇ 9,000 ਤੱਕ ਐਸਟੀਮੇਟ ਇਨਕਮ ਆਉਂਦੀ ਹੈ, ਜਿਹਦੇ ਅੰਦਰ ਖਰਚੇ ਸਾਰੇ ਕੱਟਣ ਦੇ ਬਾਅਦ ਇਸ ਹਾਈ ਰੇਟ ਦਾ ਖਰਚਾ ਹੈ ਨਹੀਂ ਛੋਟਾ ਮੋਟਾ, ਇਸ ਹਾਈ ਰੇਟ ਦੇ ਇੰਟਰਸਟ ਰੇਟ ਦਾ ਖਰਚਾ ਕੱਟਣ ਦੇ ਬਾਅਦ ਵੀ ਮਿਨੀਮਮ 950 ਤੁਹਾਡਾ ਕੈਸ਼ ਫਲੋ ਪੋਜ਼ਿਟਿਵ ਆ ਰਿਹਾ ਸਰ। ਔਰ ਵੱਡੇ ਯੂਨਿਟ ਤੇ ਜਾਓਗੇ ਤੇ 3,950 4,000 ਤੁਹਾਨੂੰ ਪੋਜ਼ਿਟਿਵ ਕੈਸ਼ ਫਲੋ ਆ ਰਹੇਗਾ। ਇਹ ਇੰਨੀ ਦਲੇਰੀ ਨਾਲ ਅਸੀਂ ਕੰਮ ਕਰ ਰਹੇ ਹਾਂ ਇਸ ਦੇ ਉੱਤੇ। ਔਰ ਛੋਟੀ ਮੋਟੀ ਤੁਸੀਂ ਕਿਸ਼ਤਾਂ ਬਣਾਉਣੀਆਂ ਨੇ, ਤੁਸੀਂ ਦੋਨੋਂ ਰੈਂਟ ਤੇ ਚੜਾ ਦਿਓ, ਇੱਕ ਰੈਂਟ ਤੇ ਚੜਾ ਦਿਓ। ਮੈਂ ਨਾਲ ਦੱਸ ਦਿਆਂ ਤੁਹਾਨੂੰ ਕਿ 4-5 ਮਿੰਟਸ ਟੂ ਮਰੀਨਾ, 4-5 ਮਿੰਟਸ ਟੂ ਬੋਟ ਰੈਂਪ, डेजिग्नेटेड फिशिंग एरिया 5 मिनट, स्प्लैश पार्क 5 मिनट, सैंडी बीच 4 मिनट, वॉक इन की गल कर रहे हैं मैं सिर्फ। पिवर्टन बेसमेंट क्लब 3 मिनट, आइस रिंग सामने 0 मिनट, पिवर्टन कर्लिंग क्लब सामने 0 मिनट। ए कॉटेज का सपना पूरा हो जाएगा, ना तुम पॉजिटिव कैश फ्लो लै लो। मैं दस दिया कि 2-4 दिन के अंदर सब कुछ निकल जाना है। अगर तुम मैंने मिलते हो प्लीज मैंने कॉन्टैक्ट करो, इमीडिएटली मैं साइन अप करवा दिया। और ए जेडे ने मेरा नंबर तो मैं फिर दस दिया 647-299-4757, 647-299-4757। साढ़े को नॉट ओनली टाउन होम्स, असी तुहानू उत्थे सिंगल्स भी है ने, सैमी डिटैच भी है ने, सारी डिटेल समझा देंगे। एक तो यह गल होगी। दूजा तुसी साढ़े को अगर जल्दी कंटैक्ट कर लो तो क्योंकि 25 ने मैंने पता मैं हफ्ते बेच छड़ने ने सारे, मैं खुद ही अपने वास्ते लै रहा, सीधी जी गल है। लेकिन अगर तुसी रुकना चाहते हो, तुम्हारी मर्जी है। 18 नवंबर
मैं फिर वन डे इवेंट कर रहा ओनली फॉर टीम सब्बरवाल एंड न्यूजन रियल्टी एक्सपर्ट्स, ओनली फॉर न्यूजन रियल्टी एक्सपर्ट्स एजेंट्स एंड टीम सब्बरवाल। कोई होर रियल्टर नहीं होएगा उत्थे, कोई होर ब्रोकरेज नहीं होएगी उत्थे। मैं वन डे इवेंट फिर कर रहा सैटरडे 18 नवंबर ਨੂੰ, ਜਿੰਨਾਂ ਦੀ ਹਿਊਜ ਡਿਸਕਾਊਂਟਸ ਲੈ ਕੇ ਤੁਹਾਨੂੰ ਪ੍ਰੋਜੈਕਟ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ। ਇਹ ਵਾਲਾ ਵੀ ਹੋਏਗਾ, ਹੋਰ ਬੜੇ ਹੋਣਗੇ ਸਾਡੇ ਕੋਲ, ਵੱਡੇ ਵੱਡੇ 2-2 ਲੱਖ ਤੱਕ ਦੇ ਡਿਸਕਾਊਂਟ। ਇਹ ਬੈਨੀਫਿਟ ਚੁੱਕ ਲਓ। ਇਸ ਵਕਤ ਬਿਲਡਰ ਫਸਿਆ ਹੋਇਆ, ਉਹਦਾ ਬੈਨੀਫਿਟ ਚੁੱਕ ਲਓ। ਸਾਨੂੰ ਆਦਤ ਹੈਗੀ ਗੰਦੀ ਯੁਧਵੀਰ ਜੀ, ਜਿਸ ਵਕਤ ਲਾਈਨਾਂ ਬਣੀਆਂ ਹੁੰਦੀਆਂ ਅਸੀਂ ਲਾਈਨਾਂ ਲਗਾ ਲੈਂਦੇ ਹਾਂ ਬਿਲਡਰ ਦੇ ਅੱਗੇ। ਹੁਣ ਬਿਲਡਰ ਲਾਈਨ ਲਗਾ ਕੇ ਖੜੇ ਨੇ ਤੇ ਅਸੀਂ ਕਿਉਂ ਨਹੀਂ ਆਪਣੇ ਚੋੜ ਕੇ ਬੈਠੇ, ਅਸੀਂ ਕਿਉਂ ਨਹੀਂ ਖਰੀਦ ਰਹੇ ਹੁਣ ਇਸ ਵਕਤ। ਔਰ ਇਹ ਸਲੋ ਟਾਈਮ ਦੇ ਅੰਦਰ ਖਰੀਦ ਲਓ। ਕਲੋजिंग 2 ਸਾਲ ਦੇ ਬਾਅਦ, 3 ਸਾਲ 4 ਸਾਲ, ਕਈ ਪ੍ਰੋਜੈਕਟਾਂ ਦੇ ਅਸੀਂ 2-2 ਸਾਲ ਐਕਸਟੈਂਸ਼ਨ ਕਰਾਤੀ ਹੈਗੀ। ਸਰ ਹੀ ਤੁਹਾਡੇ ਨਾਲ ਯੁਧਵੀਰ ਜੀ ਗੱਲ ਹੋ ਰਹੀ ਸੀ, ਮੈਂ ਕਿਸੇ ਐਕਸਟੈਂਸ਼ਨ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਸਾਲ ਹੋਰ ਦੀ, ਤੇ ਅਸੀਂ ਕਰਾਤੀ ਹੈ ਬਿਲਡਰ ਕੋਲੋਂ ਸਾਰੀ ਚੀਜ਼ਾਂ ਕਰਾਤੀਆਂ ਨੇ। ਐਂਡ ਇੰਜੋਏ ਐਂਡ ਕੰਟੈਕਟ ਮੀ 6472994757 ਜੀ। ਮੈਂ ਤੇ ਜੀ ਸਿੱਧੀ ਗੱਲ ਕਹਿਣਾ ਹੈ ਕਿ ਤੁਸੀਂ ਪਤਾ ਕੀ ਆ, ਅਸੀਂ ਛੋਟੀ ਛੋਟੀ ਨਿੱਟੀ ਗ੍ਰਿਟੀ 'ਚ ਪੈ ਜਾਂਦੇ ਹੈਗੇ ਆ। ਸਿੰਪਲ ਪੀਕੇ ਜੀ ਨੂੰ ਪਕੜਾ ਦਿਓ ਕਿ ਪੀਕੇ ਜੀ ਆਹ ਸਾਡਾ ਪ੍ਰੋਜੈਕਟ ਹੈ, ਇਹ ਅਸੀਂ ਪੈਸੇ ਆ, ਅਸੀਂ ਕੰਮ ਕਰਨਾ ਹੈ, ਆਪੇ ਪੀਕੇ ਜੀ ਜਾਣਨ ਇਹਨਾਂ ਦਾ ਕੰਮ ਜਾਣ। ਜਿਹੜਾ ਪ੍ਰੋਜੈਕਟ ਤੁਹਾਨੂੰ ਦੇਣ ਤੁਸੀਂ ਉਹ 'ਤੇ ਆਪਣਾ ਮਾੜਾ ਮੋਟਾ ਜੇ ਤੁਹਾਡੀ ਕੋਈ ਪ੍ਰੈਫਰੈਂਸ ਹੈ ਉਹ ਕਰਕੇ ਤੇ ਸਾਰਾ ਕੁਛ ਇਹਨਾਂ ਨੂੰ ਦੇ ਦਿਓ। ਚਾਹੇ ਤੁਸੀਂ ਰੈਜ਼ੀਡੈਂਸ਼ੀਅਲ ਕਰਨਾ ਹੈ, ਕਮਰਸ਼ੀਅਲ ਕਰਨਾ ਹੈ, ਇਹਨਾਂ ਨੂੰ ਪਕੜਾ ਦਿਓ। ਮੇਰਾ ਸਰ ਡੇ 1 ਤੋਂ ਇਹੀ ਸਟਾਈਲ ਰਿਹਾ। ਜੇ ਕ੍ਰਿਕਟ ਬੈਟ ਵੀ ਖਰੀਦਣਾ ਨਾ ਸਿੱਧਾ, ਕਿਉਂਕਿ ਅਗਲਾ ਬੰਦਾ ਐਕਸਪਰਟ ਆ, ਉਹਨੂੰ ਪਤਾ ਹੈ ਇੰਗਲਿਸ਼ ਵੱਲੋਂ ਕੀ ਹੈ, ਕਸ਼ਮੀਰੀ ਵੱਲੋਂ ਕੀ ਹੈ। ਉਹਨੂੰ ਕਹੋ ਯਾਰ ਬੈਟ ਮੈਨੂੰ ਥੋੜਾ ਲਾਈਟ ਜਿਹਾ ਦੇ ਦੇ ਤੇ ਵਧੀਆ ਸਾਡਾ ਚੱਲੇ ਜਰਾ ਬੈਟ। ਉਹ ਫਿਰ ਲੀਵ ਦੈਟ ਟੂ ਦਾ ਪ੍ਰੋਫੈਸ਼ਨਲ, ਹੀ ਨੋਜ਼ ਵਟ ਹੀ ਇਜ਼ ਡੂਇੰਗ। ਆਪ ਜਾ ਕੇ ਕਹਾਣੀ ਪਾਣੀ ਸ਼ੁਰੂ ਕਰ ਦੋ, ਮੈਨੂੰ ਕਸ਼ਮੀਰੀ ਵੱਲੋਂ ਤੋਂ ਇਹ ਕਹੇ ਮੰਗੂਸ ਬੈਟ ਕਾਰਡ ਮੇਰੀ ਗ੍ਰਿਪ ਵੱਡੀ ਪਾ ਦੇ, ਛੋਟੀ ਪਾ। ਉਹਨੂੰ ਕਹੇ ਯਾਰ ਇਹ ਭਾਈ ਸਾਹਿਬ ਤੁਹਾਡਾ ਕੰਮ ਹੈ, ਇਹ ਤੁਸੀਂ ਲੀਵ ਇਟ ਟੂ ਦਾ ਪ੍ਰੋਫੈਸ਼ਨਲ। ਦੈਨ ਫਿਰ ਤੁਹਾਨੂੰ ਮਜ਼ਾ ਆਏਗਾ ਡੀਲ ਕਰਨ ਦਾ। ਜਦ ਤੁਸੀਂ ਆਪਣੀ ਕਹਾਣੀ ਵਿੱਚ ਪਾ ਕੇ ਬਹਿ ਜਾਂਦੇ ਹੋ, ਅਗਲਾ ਬੰਦਾ ਕਹਿੰਦਾ ਯਾਰ ਫਿਰ ਤੂੰ ਆਪਣੀ ਮਰਜ਼ੀ ਕਰਦਾ। ਸਰ ਹਰ ਟਿਊਜ਼ਡੇ ਨੂੰ ਸਾਡੀ ਫਾਈਲਾਂ ਖੁੱਲਦੀਆਂ ਨੇ, ਜਿਹੜਾ ਇਮੀਡੀਏਟ ਕਲੋजिंग ਆਉਣ ਵਾਲੀਆਂ ਨੇ ਉਹਨਾਂ ਦੀ ਪੂਰੀ ਫਾਈਲ ਰਿਵਿਊ ਹੁੰਦੀ ਹੈ। ਫਿਰ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਬੁਲਾ ਕੇ ਅਸੀਂ ਬੈਠ ਕੇ ਕਹਿੰਦਾ ਜੀ ਹਾਂ ਤੁਹਾਡੀ ਹੁਣ 3 ਮਹੀਨੇ ਬਾਅਦ ਕਲੋजिंग ਆ ਰਹੀ ਹੈ, 4 ਮਹੀਨੇ ਬਾਅਦ ਤੁਹਾਡੀ ਆਕੂਪੈਂਸੀ ਆ ਰਹੀ ਹੈ, ਹੁਣ ਤੁਸੀਂ ਸਾਨੂੰ ਫਾਈਨੈਂਸਿਸ ਦੁਬਾਰਾ ਦੱਸੋ। ਕੀ ਲੋੜ ਹੈ ਜੀ ਸਾਨੂੰ ਪੁੱਛਣ ਦੀ? ਹੈ ਲੋੜ ਹੈ, ਕਿਉਂ? ਕਿਉਂਕਿ ਅੱਗੇ ਸਾਨੂੰ ਪਤਾ ਹੀ ਨਾ ਹੋਇਆ ਕਿ ਹਾਲਾਤ ਬਦਲ ਗਏ ਨੇ। ਅਸੀਂ ਪਹਿਲੇ ਪਰਸੋਂ ਹੀ ਸਾਡੀ ਹੋਰ ਨਾਲ ਮੀਟਿੰਗ ਹੋਈ ਹੈ, ਵੈਰੀ ਨਾਈਸ ਜੈਂਟਲਮੈਨ ਐਂਡ ਹਿਜ਼ ਵਾਈਫ। ਅਸੀਂ ਉਹਦੇ ਨਾਲ 1.5 ਘੰਟਾ ਲਗਾਇਆ, ਹਾਲਾਤ ਚੇਂਜ ਹੋ ਗਏ, ਇੰਟਰਸਟ ਦੇ ਉਧਰ ਬੈਠ ਕੇ ਗਏ। ਉਹਦਾ ਮੈਨੂੰ ਮੈਸੇਜ ਆਇਆ ਹੈ, ਅੱਖਾਂ 'ਚ ਆਂਸੂ ਆ ਜਾਂਦੇ ਨੇ। ਉਹ ਕਹਿੰਦੇ ਜੀ ਵੀ ਲਵ ਯੂ। ਤੁਸੀਂ ਜਿਸ ਤਰ੍ਹਾਂ ਉਹਨਾਂ ਨੇ ਮੈਸੇਜ ਭੇਜਿਆ, ਕੀ ਲੋੜ ਸੀ? ਅਸੀਂ ਬਿਠਾ ਕੇ ਸਾਰੀ ਸਿਚੁਏਸ਼ਨ ਨਾਲ ਮੌਰਗੇਜ ਬ੍ਰੋਕਰ ਸਾਡੇ ਬੈਠੇ ਹੋਏ ਨੇ ਅਯਾਜ਼ ਜੀ, ਬੈਠ ਕੇ ਸਾਰੇ ਨੰਬਰਸ ਦੁਬਾਰਾ ਕਰਕੇ ਦਿੱਤੇ ਨੇ ਉਹਨਾਂ ਨੂੰ। ਸਮਝ ਆਈ ਸਿਚੁਏਸ਼ਨ ਕਿਸ ਤਰ੍ਹਾਂ ਬਦਲ ਗਈ। ਫਿਰ ਉਹਨੂੰ ਦੱਸਿਆ ਕਿ ਤੁਸੀਂ ਹੁਣ ਇਸ ਤਰ੍ਹਾਂ ਕਰਨਾ ਹੈਗਾ, ਤੁਹਾਡੇ ਕੋਲ ਜੀ 8-9 ਮਹੀਨੇ ਪਏ ਨੇ, ਤੁਸੀਂ ਇਹ ਚੇਂਜ ਕਰਕੇ ਆਓ। ਖੁਸ਼ ਹੋ ਕੇ ਚਲੇ ਗਏ। ਸਾਡਾ ਸਿਸਟਮ ਹੈਗਾ ਕਿ ਅਸੀਂ ਹਰ ਟਿਊਜ਼ਡੇ ਨੂੰ ਬੈਠ ਕੇ ਇਹ ਕਰਨੇ ਆ। ਜੇ ਤਾਂ ਹੁਣ ਕੱਲ ਟਿਊਜ਼ਡੇ ਨੂੰ ਕੀਤਾ ਹੈਗਾ, ਹੁਣ ਮੇਰਾ ਏਜੰਟ, ਮੇਰਾ ਜਿਹੜਾ ਅਸਿਸਟੈਂਟ ਹੈਗਾ, ਉਹਨਾਂ ਬੰਦੇ ਜਿੰਨੇ ਅਸੀਂ ਕੱਢੇ ਨੇ ਉਹਨਾਂ ਨੂੰ ਕਾਲ ਕਰੇਗਾ, ਉਹਨਾਂ ਨੂੰ ਅਪਾਇੰਟਮੈਂਟ ਬਣਾਏਗਾ, ਅਸੀਂ ਉਹਨਾਂ ਨੂੰ 1 ਹਫ਼ਤੇ ਦੇ ਅੰਦਰ ਫਿਰ ਮਿਲਾਂਗੇ। ਬੜਾ ਸਿੰਪਲ ਅਸੀਂ ਸਿਸਟਮ ਬਣਾਇਆ ਹੋਇਆ ਜੀ। ਵੈਰੀ ਨਾਈਸ। ਨੈਕਸਟ ਕਾਲ ਜੀ ਰਾਜ ਗਿੱਲ ਜੀ, ਤੁਸੀਂ ਆਉਂਦੇ ਰਹੋ। ਰਾਜ ਗਿੱਲ ਜੀ ਗੋ ਹੈਡ। ਹਾਂਜੀ ਜੋਗਵੀਰ ਜੀ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸਰ। ਮੇਰਾ ਸਵਾਲ ਇਹ ਸੀ, ਜਿੱਦਾਂ ਭਾਜੀ ਦੱਸ ਕੇ ਗਏ ਜੀ ਨੈਕਸਟ ਈਅਰ 4% ਇੰਟਰਸਟ ਹੋ ਜਾਣਾ, ਹੌਲੀ ਹੌਲੀ 2-3% ਤੇ ਆ ਜਾਣਾ ਭਾਜੀ ਨੈਕਸਟ ਈਅਰ। ਸਰ ਮੈਂ ਟੋਕ ਰਿਹਾ ਸਾਨੂੰ, ਸੌਰੀ ਮੈਂ ਟੋਕ ਰਿਹਾ ਸਰ। ਰਾਜ ਜੀ ਇੰਟਰਸਟ ਨਹੀਂ ਹੋਣਾ ਸਰ, ਓਵਰਨਾਈਟ ਹੋਣਾ ਜੀ। ਓਵਰਨਾਈਟ ਰੇਟ ਅਲੱਗ ਹੁੰਦਾ ਹੈ ਪ੍ਰਾਈਮ ਤੋਂ ਜੀ, ਓਵਰਨਾਈਟ ਦੀ ਗੱਲ ਹੋ ਰਹੀ ਹੈ। ਠੀਕ ਹੈ ਜੀ, ਮੈਂ ਕਲੀਅਰ ਕਰ ਦਿਆ ਜਰਾ। ਮੈਂ ਕਿਹਾ ਵੀ 2-3% ਤੇ ਤਾਂ ਵੈਸੇ ਵੀ ਨਹੀਂ ਆਉਂਦਾ ਹਾਲੇ। ਨਹੀਂ ਸਰ ਐਕਚੁਅਲੀ ਮੈਂ ਸਰ 10% ਦਾ ਮਤਲਬ ਹੁੰਦਾ ਹੈ 5% ਪ੍ਰਾਈਮ ਸਰ, 2-3% ਇੰਟਰਸਟ ਨਹੀਂ ਆਉਂਦਾ। ਓਵਰਨਾਈਟ 2-3% ਆ ਸਕਦਾ, ਆ ਵੀ ਜਾਏਗਾ, ਔਰ 5% ਇੰਟਰਸਟ ਹੁੰਦਾ ਹੈ। ਉਹਨੇ ਸਹੀ ਹੈ। ਮੈਂ ਕਿਹਾ ਕਿਤੇ ਉੱਤੇ ਵੈਸੇ ਨਾਰਮਲੀ 2-3 ਦੀ ਗੱਲ ਜਿਵੇਂ ਅੱਗੇ ਨਹੀਂ ਓਵਰਨਾਈਟ 2-3% ਸਰ। ਜੀ ਚਲੋ ਕੋਈ ਨਹੀਂ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ। ਰਾਜ ਕੁਮਾਰ ਜੀ ਦਾ ਮੈਸੇਜ ਆਇਆ ਕਿ ਪਲੀਜ਼ ਲੈਟ ਅਸ ਨੋ ਵਿਚ ਟੈਲੀਫੋਨ ਨੰਬਰ ਫॉर ਕ੍ਰਿਕਟ ਕੰਟੈਸਟ। ਸਰ 416-475-5000 ਤੁਸੀਂ ਪਾ ਦਿਓ। 416-475-5000 ਉਸ ਦਿਨ ਲਾਈਵ ਹੀ ਹੋਣਾ ਹੈ। ਲਾਈਵ ਹੀ ਪੀਕੇ ਜੀ ਨੇ ਪਰਚੀ ਕੱਢਣੀ ਹੈ ਤੁਹਾਡੇ ਸਾਹਮਣੇ, ਕਿਉਂਕਿ ਸਾਰਾ ਪ੍ਰੋਗਰਾਮ ਉਸ ਦਿਨ ਸਾਡਾ 8-9 ਘੰਟੇ। ਅਸੀਂ ਪਹਿਲੀ ਵਾਰੀ ਅਟੈਂਪਟ ਕਰ ਰਹੇ ਹਾਂ 10 ਘੰਟੇ ਨੂੰ ਬੀਟ ਕਰਨ ਦਾ। ਸ਼ਾਮੀ ਤੁਹਾਨੂੰ ਪਤਾ ਰੋਜ਼ 5 ਘੰਟੇ ਟੀਵੀ ਤੇ ਹੁੰਦਾ ਹੈ ਲਾਈਵ, ਤੇ ਸਵੇਰੇ ਲਾਈਵ 9 ਤੋਂ 2 ਵਜੇ ਤੱਕ ਹੁੰਦਾ। ਸੋ ਉਦੋਂ ਅਸੀਂ ਅਟੈਂਪਟ ਕਰ ਰਹੇ ਹਾਂ ਕਿ ਲਾਈਵ ਇਹਨੂੰ ਬੀਟ ਕਰਦੀ ਆਪਣੇ ਵਾਈ ਮੀਡੀਆ ਦਾ ਰਿਕਾਰਡ। ਸਵੇਰੇ 3 ਵਜੇ ਪੀਕੇ ਜੀ, 8 ਵਜੇ, 9 ਵਜੇ, 10 ਵਜੇ, 11 ਵਜੇ, ਜਦੋਂ ਵੀ ਆਉਣਗੇ ਮੈਚ ਉਸ ਵੇਲੇ ਐਨ ਕਲਾਈਮੈਕਸ ਤੇ ਹੋਏਗਾ। ਉਸ ਵੇਲੇ ਪੀਕੇ ਜੀ ਆਉਣਗੇ, ਮੈਚ ਤੁਸੀਂ ਹਾਂ, ਕਿਉਂਕਿ ਮੈਂ 1 ਘੰਟੇ ਬਾਅਦ ਉੱਥੇ ਹੋਵਾਂਗਾ, ਕਿਉਂਕਿ ਮੇਰੇ ਸ਼ੋਅ ਚੱਲਦੇ ਨੇ। ਉਹਦੇ ਬਾਅਦ ਤੁਹਾਡੇ ਸ਼ੋਅ ਸ਼ੁਰੂ ਹੋਣੇ ਨੇ, ਤੇ ਆਈ ਵਿਲ ਬੀ ਦੇਅਰ 1 ਆਵਰ ਐਂਡ ਆਈ ਵੁੱਡ ਸੇ ਆਈ ਵਿਲ ਬੀ ਦੇਅਰ ਬਿਟਵੀਨ 9 to 10 ਸਰ। ਠੀਕ ਹੈ ਸਰ।
ਤੇ ਬਿਲਕੁਲ, ਔਰ ਉੱਥੇ ਹੀ ਅਸੀਂ ਫਿਰ ਲਾਈਵ ਪਰਚੀ ਕੱਢਾਂਗੇ ਔਰ ਤੁਹਾਨੂੰ ਚਾਰ ਜਣਿਆਂ ਨੂੰ $100 ਦਾ ਦਿੱਤਾ ਜਾਏਗਾ ਵਾਊਚਰ। ਤੁਸੀਂ $90 ਦਾ ਵੀ ਡਿਨਰ ਕਰੋ ਜਾਂ 200 ਦਾ ਕਰੋ, 500 ਕਰੋ, $100 PKG ਕਰਟਸੀ PKG ਹੋਏਗੀ। ਬੇਨਤੀ ਕਰ ਲਾਂਗੇ ਜੇ ਤੁਹਾਨੂੰ ਓਕੇ ਹੋਏ ਤੇ ਜੇ ਤੁਸੀਂ ਓਕੇ ਸਮਝੋ ਤੇ ਇੱਕ ਫੋਟੋ ਆਪਣੀ ਖਿੱਚ ਕੇ ਭੇਜ ਦੇਣਾ ਡਿਨਰ ਕਰਦਿਆਂ ਦੀ, ਤਾਂ ਕਿ ਅਸੀਂ ਫਿਰ ਨਾਲ PKG ਵੱਲੋਂ ਧੰਨਵਾਦ ਕਰਕੇ ਉਹਨੂੰ ਬਿਡਵਿਕ ਨਿਊਜ਼ਪੇਪਰ 'ਚ ਪਬਲਿਸ਼ ਕਰ ਦਈਏ ਜੀ ਇਹ ਕਰਟਸੀ PK ਸੱਭਰਵਾਲ ਸਾਹਿਬ। ਇਹ ਚਾਰ ਬੰਦਿਆਂ ਨੇ ਆਪਣਾ ਆਰਾਮ ਦੇ ਨਾਲ ਡਿਨਰ ਜਿਹੜਾ ਉਹ, ਚਾਰ ਕਪਲ ਜਾ ਸਕਦੇ ਨੇ, ਸਿੰਗਲ ਜਾ ਸਕਦੇ, ਜਿੱਦਾਂ ਵੀ ਤੁਹਾਡਾ। ਮੈਂ ਤੁਹਾਨੂੰ ਬਹੁਤ ਵਧੀਆ ਰੈਸਟੋਰੈਂਟ ਦਾ ਗਿਫਟ ਕਾਰਡ ਭੇਜਾਂਗਾ, ਉਸ ਰੈਸਟੋਰੈਂਟ ਜਾ ਕੇ ਤੁਸੀਂ ਖਾਣਾ ਖਾਓ। ਠੀਕ ਹੈ ਜੀ, ਵਧੀਆ ਰੈਸਟੋਰੈਂਟ ਦਾ ਗਿਫਟ ਕਾਰਡ ਹੋਏਗਾ ਜੀ, ਬਹੁਤ ਵਧੀਆ ਰੈਸਟੋਰੈਂਟ ਆ। ਜਾ ਕੇ ਤੁਹਾਨੂੰ ਖਾਣਾ ਵੀ ਤਾਂ ਐਪਰੀਸ਼ੀਏਟ ਕਰੋ ਨਾ ਤੁਸੀਂ ਜੀ। ਮੇਰਾ ਫੇਵਰਟ ਰੈਸਟੋਰੈਂਟ ਉਹਦਾ ਮੈਂ ਗਿਫਟ ਕਾਰਡ ਦਿਆਂਗਾ ਜੀ। ਠੀਕ ਹੈ ਜੀ। ਅਮਿਤ ਸਾਹਿਬ ਦਾ ਸਵਾਲ ਹੈ, ਹਾਈ ਗੁੱਡ ਮਾਰਨਿੰਗ ਸਰ, ਕੈਨ ਯੂ ਪਲੀਜ਼ ਆਸਕ ਪੰਕਜ ਜੀ, ਸਮਨ ਹੈਜ਼ ਆਲਰੇਡੀ ਡਿਸਕ ਉਹਨਾਂ ਨੇ ਬ੍ਰੈਕਟ 'ਚ ਲਿਖ ਦਿੱਤੇ ਜੀ, ਬੈਕ ਪ੍ਰੋਬਲਮ, can he get new critical illness and disability insurance, and what are the things should take care before buying the policy so that claim will not be denied in any case? ਇਹ ਬੜਾ ਖਤਰਨਾਕ ਹੈ, ਬੜਾ ਇਹ ਥੋੜਾ ਟਿਪੀਕਲ ਕੁਐਸਚਨ ਹੈ ਸਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਅੰਡਰਰਾਈਟਰ ਡਿਸਾਈਡ ਕਰਦੇ ਨੇ ਤੁਹਾਡੇ ਡਾਕਟਰ ਨਾਲ ਰਿਪੋਰਟ ਲੈਣ ਤੋਂ ਬਾਅਦ ਕਿ ਕਿੰਨੇ ਡਿਸਕ ਦੀ ਪ੍ਰੋਬਲਮ ਹੈ, ਲੇਕਿਨ ਕਿੰਨੀ ਉਹ ਸੀਵੀਅਰ ਹੋ ਚੁੱਕੀ ਹੈ ਜਾਂ ਉਹ ਠੀਕ ਹੋ ਸਕਦੀ ਹੈ, ਕਿੰਨੇ ਟਾਈਮ ਠੀਕ ਹੋ ਸਕਦੀ ਹੈ, ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਸੋ ਇਹਦਾ ਜਵਾਬ ਮੈਂ ਐਵੇਂ ਨਹੀਂ ਦੇ ਸਕਦਾ, ਇਹ ਅਸੀਂ ਤੁਹਾਡੀ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਦੇਖ ਪਾਵਾਂਗੇ। ਇਸ ਕੇਸ 'ਚ ਅਮਿਤ ਜੀ ਮੈਂ ਵੀ ਤੁਹਾਨੂੰ ਹਾਈਲੀ ਰეკਮੈਂਡ ਕਰਾਂਗਾ ਕਿ ਜੇ ਤੁਸੀਂ ਪੰਕਜ ਜੀ ਨੂੰ ਨਾ, ਅਸੀਂ ਆਨਸਰ, ਤੁਹਾਡਾ ਕੁਐਸਚਨ ਆ ਜਾਂਦਾ, ਅਸੀਂ ਵੀ ਡੋਂਟ ਸ਼ਾਈ ਅਵੇ, ਤੁਸੀਂ ਪੰਕਜ ਜੀ ਨਾਲ ਪਰਸਨਲੀ ਮੁਲਾਕਾਤ ਕਰ ਲਓ, ਆਪਣਾ ਡਿਸਕ ਦਾ ਜਾਂ ਤੁਹਾਡਾ ਜਿਹਦਾ ਵੀ ਹੈ ਸਾਰਾ ਇਹਨਾਂ ਦਾ ਸਲਾਹ ਲੈ ਲਓ। ਪੰਕਜ ਜੀ ਫੋਨ ਨੰਬਰ ਦੇ ਦਿਓ ਜਰਾ। ਜੀ ਮੇਰਾ ਫੋਨ ਨੰਬਰ ਹੈ 6472851007 647-285-1007। ਤੁਸੀਂ ਮੇਰੇ ਆਫਿਸ ਆ ਜਾਓ, ਆਰਾਮ ਨਾਲ ਬਹਿ ਕੇ ਗੱਲ ਕਰਦੇ ਹਾਂ। ਮੈਨੂੰ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਪੁੱਛਣੀਆਂ ਪੈਣਗੀਆਂ, ਦੈਨ ਮੈਂ ਤੁਹਾਨੂੰ ਕੁਝ ਅਸੀਂ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ। ਠੀਕ ਹੈ ਜੀ। ਨੈਕਸਟ ਤਜਿੰਦਰ ਦਾ, ਵਾਟ ਆਰ ਯੂਰ ਪਲੈਨਿੰਗ ਫॉर ਵਰਲਡ ਕੱਪ ਫਾਈਨਲ, ਐਨੀ ਗਿਫਟ? ਤਜਿੰਦਰ ਸਾਹਿਬ, ਵਰਲਡ ਕੱਪ ਦੇ ਲਈ ਫਾਈਨਲ ਲਈ ਪਤਾ ਨਹੀਂ ਹੁਣ PKG ਅਲਾਉ ਕਰਨਗੇ ਕਿ ਨਹੀਂ। ਮੈਨੂੰ ਪਤਾ ਹੈ ਕਿ ਇਹ ਸੈਮੀਫਾਈਨਲ ਦਾ ਅਸੀਂ ਅਨਾਊਂਸ ਕਰ ਰਹੇ ਹਾਂ, 4 ਫਾਈਨਲ ਦਾ ਇੱਕ ਹੋਰ ਕਰ ਦਿਓ ਜੀ, ਯੁਧਵੀਰ ਜੀ ਕਰ ਦਿਓ, ਫਾਈਨਾਲੇ ਦਾ ਵੀ ਤੁਸੀਂ ਅਨਾਊਂਸ ਕਰ ਦਿਓ ਨਾਮ। ਚਲੋ ਠੀਕ ਹੈ ਸਰ, ਫਾਈਨਲ ਦਾ ਵੀ ਫਿਰ ਦੋਨੋਂ ਤੁਸੀਂ ਦੱਸ ਸਕਦੇ ਹੈਗੇ ਹੋ ਕਿ ਜਿਹੜਾ ਵਰਲਡ ਕੱਪ ਫਾਈਨਲ ਹੈ ਸਰ, ਪਰ ਸਾਨੂੰ ਇਹ ਨਹੀਂ ਨਾ ਪਤਾ ਵੀ ਵਰਲਡ ਕੱਪ 'ਚ ਇੰਡੀਆ ਪਹੁੰਚੇਗਾ ਕਿ ਨਹੀਂ ਪਹੁੰਚੇਗਾ। ਫਿਰ ਸਵਾਲ ਹੈ, ਇਹ ਵੀ ਗੱਲ ਹੋ ਗਈ। ਹਾਂਜੀ, ਅਗਰ ਦੇਖੋ ਜੀ, ਦੋ ਗੱਲਾਂ ਕਰ ਲੈਂਦੇ ਆ ਯੁਧਵੀਰ ਜੀ। ਅਗਰ ਇੰਡੀਆ ਜਾਂ ਪਾਕਿਸਤਾਨ ਦੋਨੋਂ 'ਚ ਕੋਈ ਫਾਈਨਾਲ 'ਚ ਪਹੁੰਚ ਗਿਆ ਤਾਂ ਤੁਸੀਂ ਇਨਾਮ ਡਿਕਲੇਅਰ ਕਰ ਦਿਓ। ਇਨਾਮ PKG ਵੱਲੋਂ ਹੈਗਾ ਜੀ, ਨया iPhone 15 ਨਵਾਂ ਦਿੱਤਾ ਜਾਏਗਾ, ਪਰਚੀ ਕੱਢੀ ਜਾਏਗੀ, ਉਹ ਵੀ ਲਾਈਵ ਹੀ ਹੋਏਗਾ, ਉਹ ਵੀ ਲਾਈਵ। ਅਸੀਂ ਏਦਾਂ ਨਹੀਂ ਵੀ ਕੱਲ ਨੂੰ ਕੁਝ ਹੋ ਕੇ ਲਾਈਵ ਅਸੀਂ ਕੱਢਾਂਗੇ ਪਰਚੀ। ਇਨਾਮ ਇੱਕ ਹੋਏਗਾ, ਬੰਪਰ ਪ੍ਰਾਈਜ਼ ਦੇ ਰਹੇ ਆ, ਉਹਦੇ ਵਿੱਚ PK ਸੱਭਰਵਾਲ ਸਾਹਿਬ ਕਹਿੰਦੇ ਆ ਵੀ ਰੀਅਲ ਸਟੇਟ ਕਾ ਕੋਈ ਸਵਾਲ। PK ਸੱਭਰਵਾਲ ਸਾਹਿਬ ਟਾਈਟਲ ਸਪਾਂਸਰ ਨੇ ਸਾਡੇ। ਮੈਂ ਦੁਬਾਰਾ ਧੰਨਵਾਦ ਕਰਾਂ, ਸਾਰੇ 2 ਮਹੀਨੇ ਤੁਸੀਂ ਬਹੁਤ, ਅਸੀਂ ਬੜਾ ਇੰਜੋਏ ਕੀਤਾ, ਮੈਂ ਖੁਦ ਬੜਾ ਇੰਜੋਏ ਕੀਤਾ, ਬਹੁਤ ਤੁਹਾਡੇ ਲੋਕ ਮੈਸੇਜਿਸ, ਪਿਆਰ ਮਿਲਿਆ। ਲੇਕਿਨ ਨੋ ਡਾਊਟ ਅਸੀਂ ਵੀ ਆਪਣੇ ਐਫਰਟ ਕਰ ਰਹੇ ਹਾਂ, ਤੁਹਾਡੇ ਵੀ ਐਫਰਟ ਨੇ, ਪਰ ਬਿਨਾਂ ਸਪਾਂਸਰਸ ਦੇ ਨਥਿੰਗ ਇਜ਼ ਪੋਸੀਬਲ। ਸਭ ਤੋਂ ਪਹਿਲੀ ਜਿਹੜੀ ਟਾਈਟਲ ਸਪਾਂਸਰਸ਼ਿਪ ਆ ਉਹ PKG ਨੇ ਦਿੱਤੀ, ਏਸ਼ੀਆ ਕੱਪ, ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ। ਇਹਨਾਂ ਨੇ ਕਿਹਾ ਜੀ ਬਿਲਕੁਲ ਗੁਰਪ੍ਰੀਤ ਜੀ ਨੂੰ ਕਹੋ ਚੈੱਕ ਲੈ ਜਾਣ ਆਪਣਾ, ਔਰ ਮੇਰੇ ਵੱਲੋਂ ਟਾਈਟਲ ਸਪਾਂਸਰਸ਼ਿਪ ਹੈ। ਔਰ ਮੈਂ ਫਿਰ ਧੰਨਵਾਦ ਕਰਾਂਗਾ, ਟਾਈਟਲ ਸਪਾਂਸਰ ਅਸੀਂ ਹਮੇਸ਼ਾ ਸਿਰਫ ਇੱਕੋ ਹੀ ਰੱਖਦੇ ਹੈਗੇ ਹਾਂ, ਦੈਟ ਵਾਜ਼ PK ਸੱਭਰਵਾਲ ਸਾਹਿਬ। ਉਹਨਾਂ ਵੱਲੋਂ ਆਈਫੋਨ ਵੀ, ਇਹ ਔਨ ਟੌਪ ਆਫ ਦੈਟ ਜੋ ਉਹਨਾਂ ਨੇ ਸਾਨੂੰ ਦਿੱਤੀ ਹੈ ਸਪਾਂਸਰਸ਼ਿਪ, ਉਹ ਦਿੱਤੇ ਜਾ ਰਹੇ ਨੇ ਤੋਹਫੇ, ਇਹਨਾਂ ਦਾ ਅਲੱਗ ਖਰਚਾ ਹੋ ਰਿਹਾ। ਆਈਫੋਨ ਤੁਹਾਨੂੰ ਮਿਲੇਗਾ ਫਾਈਨਲ ਦੇ ਵਿੱਚ। ਸਵਾਲ ਬੜਾ ਸਿੰਪਲ ਹੈ, ਜੇ ਇੰਡੀਆ ਪਾਕਿਸਤਾਨ ਫਾਈਨਲ 'ਚ ਪਹੁੰਚਦੇ ਨੇ, ਤੁਸੀਂ ਬਸ ਇੰਨਾ ਹੀ ਦੱਸਣਾ ਹੈ, ਹੁਣ ਵੀ ਦੱਸ ਸਕਦੇ ਹੋ ਵੀ ਫਾਈਨਲ ਕੌਣ ਜਿੱਤੇਗਾ। 2 ਕੰਟੈਸਟ ਅਲੱਗ-ਅਲੱਗ ਹੋ ਰਹੇ ਨੇ, ਸੈਮੀਫਾਈਨਲ ਇੰਡੀਆ ਪਹੁੰਚ ਚੁੱਕਾ ਹੈ, ਉਹਦੇ 'ਚ ਤੁਸੀਂ ਦੱਸਣਾ ਹੈ ਇੰਡੀਆ ਵਿਲ ਵਿਨ, ਯੈਸ ਔਰ ਨੋ, ਇੰਡੀਆ ਜਿੱਤੇਗਾ ਕਿ ਨਹੀਂ ਜਿੱਤੇਗਾ। ਸਰ ਹਜੇ ਤੱਕ ਘੱਟੋ ਘੱਟ ਸਾਨੂੰ ਇਸ਼ਾਰਾ ਹੋ ਰਿਹਾ ਹੈ ਕਿ 50+ ਮੈਸੇਜ ਆਇਆ, ਸਾਰੇ ਇੰਡੀਆ ਜਿੱਤੇਗਾ। ਸੈਮੀਫਾਈਨਲ ਇੱਕ ਨੇ ਵੀ ਲਿਖਿਆ ਸਾਰੇ ਸਰ ਇੰਡੀਆ ਜਿੱਤੇਗਾ, ਦੀ ਢੇਰੀ ਬੜੀ ਵੱਡੀ ਹੋਣੀ ਹੈ ਮੈਨੂੰ ਲੱਗਦਾ ਉਸ ਦਿਨ। ਅੱਛਾ, ਵੈਸੇ ਜਿਹੜੀ ਪ੍ਰੋਬੇਬਿਲਿਟੀ ਹੈ ਪੰਕਜ ਜੀ, ਤੁਸੀਂ ਬਿਹਤਰ ਹੋ ਨੰਬਰ ਫਾਈਨੈਂਸ਼ੀਅਲ ਪਲੈਨਿੰਗ। ਮੈਂ ਵੀ ਵੈਸੇ ਪਰਚੀ ਤਾਂ ਸਰ ਮੇਰੀ ਵੀ ਮੈਂ ਇੰਡੀਆ ਦੇ ਖਿਲਾਫ ਨਹੀਂ ਸ਼ਰਤ ਲਾ ਸਕਦਾ, ਮੈਂ ਵੀ ਉੱਧਰ ਹੀ ਪਰਚੀ ਪਾਵਾਂਗਾ। ਪਰ ਇੱਧਰ ਜਿਹੜਾ 4 ਬੰਦਿਆਂ ਦੇ ਨਿਕਲੇ, ਇੱਕ ਵੀ ਪਰਚੀ ਨਹੀਂ ਆਈ ਹਜੇ ਤੱਕ ਇੱਧਰ ਵੀ ਜਿਹਨੇ ਕਿਹਾ ਵੀ ਇੰਡੀਆ ਹਾਰੇਗਾ, ਤੇ ਇੱਧਰਲੀ ਪਰਚੀ ਦੇ ਚਾਂਸ ਹੈ। ਜੇ ਇੰਡੀਆ ਹਾਰ ਗਿਆ ਤਾਂ ਫਿਰ ਇੱਧਰੋਂ ਚਾਂਸ ਜ਼ਿਆਦਾ ਬਣ ਗਏ, ਪਰ ਜੇ ਜਿੱਤ ਗਿਆ ਤਾਂ ਫਿਰ ਉੱਧਰੋਂ ਪਰਚੀ ਨਿਕਲੇਗੀ। ਸੋ 2 ਬਾਕਸਿਸ ਰੱਖਾਂਗੇ, ਤਾਂ ਇੱਕ ਬਾਕਸ ਹੋਏਗਾ ਜਿਹਦੇ ਵਿੱਚ ਕਿ ਜਿਨ੍ਹਾਂ ਨੇ ਇਹ ਵੋਟ ਪਾਈ ਹੈ ਕਿ ਇੰਡੀਆ ਹਾਰੇਗਾ ਸੈਮੀਫਾਈਨਲ, ਉਹਨਾਂ ਦੀ ਇੱਧਰ ਰੱਖ ਦਿਆਂਗੇ ਇੱਕ ਬਾਕਸ 'ਚ। ਇੱਕ ਬਾਕਸ ਹੋਏਗਾ ਕਿ ਜਿਨ੍ਹਾਂ ਨੇ ਆ ਸਾਰੀਆਂ ਹਜੇ ਤੱਕ 50+ ਆ ਗਏ ਨੇ ਮੈਸੇਜ, ਸਾਰੇ ਦੇ ਸਾਰੇ ਕਹਿ ਰਹੇ ਇੰਡੀਆ ਜਿੱਤੇਗਾ, ਉਹ ਇੱਕ ਜਗ੍ਹਾ ਪਾ ਦਿਆਂਗੇ। 4 ਨਿਕਲਣੇ ਨੇ ਉਹਦੇ ਵਿੱਚੋਂ ਲੱਕੀ ਵਿਨਰ, ਤੇ ਉਹ ਤੁਹਾਨੂੰ ਫਿਰ ਉਹ ਤੁਸੀਂ ਆਰਾਮ ਦੇ ਨਾਲ PKG ਨੇ ਕਹਿ ਦਿੱਤਾ। ਹਾਂਜੀ
सॉरी लोग वेट कर रहे हैं सर पाकिस्तान दे आने दी। जिस दिन पाकिस्तान आ गया सेमीफाइनल उस दिन पाकिस्तान दे भी बहुत सारे मैसेज ਤੁਹਾਡੇ ਕੋਲ आने। हाँ जी ठीक है जी, थैंक यू, बहुत बहुत शुक्रिया जी। और लास्ट एक कॉल ले सकते हैं या एक मैसेज ਅਸੀਂ ਲੈ ਸਕਦੇ ਹਾਂ, ਉਸ ਤੋਂ ਬਾਅਦ 12:50। हाँ लेकिन उस तो पहला पीके जी मैं रिक्वेस्ट करांगा कोई सैमीनार कोई ਤੁਹਾਡੇ ਜਿਹੜੇ ਉਹ ਨੇ ਔਰ ਉਹਦੇ ਪੰਕਜ ਜੀ ਵਿਲ ਸਟਾਰਟ ਵਿਦ ਯੂ, ਆਪਣੀ ਪਹਿਲਾਂ ਸਰਵਿਸਿਜ਼ ਦੱਸ ਦਿਓ ਔਰ ਫਿਰ ਪੀਕੇ ਜੀ ਦਾ ਸੈਮੀਨਾਰ ਉਹ ਫਿਰ ਰੈਪ ਅਪ ਕਰਾਂਗੇ ਜੀ। बिल्कुल युद्धवीर जी आप बहुत अज फाइनेंशियल प्लानिंग की गल की है, मैं उस ते गल करदा। यस अगर तुसी किसी तरह की भी रिटायरमेंट प्लानिंग करना चाह रहे हो, कितना पैसा जोड़ना चाहिए, कितना मनी होना चाहिए तुहाडे हत्थ च, किवें असी रिटायरमेंट च अपना बुढ़ापा बितावांगे या बच्चों को कितना देना है, किवें करना है, ट्रैवल करना चाह रहे हो, कितने घूमना चाह रहे हो, सारी प्लानिंग एक्चुअली रिटायरमेंट प्लानिंग आ जाती है। स्टेट प्लानिंग किन्ने टैक्सेस तुहाडे ते बनदे पे ने, अगर तुसी बच्चों ते पास ऑन कर रहे हो, अगर तुसी नहीं रहे तो किवें प्रॉपर्टियां ट्रांसफर होणगियां या तुहाडे कोल जिहड़ी भी चीज़ हैगी है उहनूं किवें बच्चों च वंडिया जाएगा, ये सारी स्टेट प्लानिंग दे अंडर आ जांदियां ने। सो इस सब चीज़ां वास्ते और किसी तरह की भी तुसी सिक्योरिटी लेना चाह रहे हो, जिवें इंश्योरेंसिस होंदियां ने, जिवें गल कीती आपां डिसेबिलिटी क्रिटिकल, ये सारियां चीज़ां, लाइफ इंश्योरेंस किवें कॉरपोरेशन दियां इंश्योरेंसिस होंदियां ने, किवें उहदे चों असीं टैक्स एडवांटेज ले सकते हैं, क्योंकि कॉरपोरेशन दियां इंश्योरेंस बहुत टैक्स एडवांटेज होंदियां ने। अगर तुहाडे कोल रिटेन्ड अर्निंग पई होवे तां उहनूं किवें असीं यूज़ कर सकते हैं, उहनूं किवें असीं रिटायरमेंट वास्ते यूज़ कर सकते हैं, कॉरपोरेशन चों पैसा कढ के असीं रिटायरमेंट वास्ते किवें यूज़ कर सकते हैं। ये सारियां चीज़ां वास्ते तुसीं मैनूं कॉन्टैक्ट कर सकते हो। मेरा फोन नंबर है 6472851007 647 285 1060। मेरी वेबसाइट मेरे नाम से है pankajmonga.com, उस तो भी नंबर ले सकते हैं। थैंक यू वेरी मच। थैंक यू बहुत बहुत शुक्रिया जी। और ਮੈਨੂੰ ਕੰਟੈਸਟ ਉਹਨਾਂ ਦਾ ਹੁਕਮ ਹੋਇਆ ਰਜਿੰਦਰ ਸਾਹਿਬ ਦਾ ਵੀ ਦੁਬਾਰਾ ਅਨਾਉਂਸ ਕਰ ਦਿਓ। ਕੰਟੈਸਟ ਬੜਾ ਸਿੰਪਲ ਹੈ ਸਰ, ਸੈਮੀਫਾਈਨਲ ਦੇ ਵਿੱਚ ਇੰਡੀਆ ਪਹੁੰਚ ਚੁੱਕਾ ਹੈ। ਇੰਡੀਆ ਜਿੱਤੇਗਾ ਯੈਸ ਔਰ ਨੋ ਤੁਸੀਂ ਪੁੱਛਣਾ, ਯੈਸ ਇੰਡੀਆ ਵਿਲ ਵਿਨ, ਨੋ ਇੰਡੀਆ ਵਿਲ ਨਾਟ ਵਿਨ, ਜੋ ਤੁਹਾਡੀ ਮਰਜ਼ੀ ਹੈ ਉਹ ਤੁਸੀਂ ਭੇਜ ਸਕਦੇ ਹੋ। 416 475 5000 ਇਹਦੇ ਤੇ ਟੈਕਸਟ ਕਰ ਦਿਓ। ਸੈਮੀਫਾਈਨਲ ਵਾਲੇ ਦਿਨ 4 ਪ੍ਰਾਈਜ਼ ਕੱਢੇ ਜਾ ਰਹੇ ਨੇ, $100 ਈਚ। ਤੁਹਾਨੂੰ ਗਿਫਟ ਕਾਰਡ ਇੱਕ ਕਿਸੇ ਵਧੀਆ ਰੈਸਟੋਰੈਂਟ ਦਾ ਪੀਕੇ ਜੀ ਦੇਣਗੇ, ਤੁਸੀਂ ਆਰਾਮ ਦੇ ਨਾਲ ਜਾ ਕੇ ਉੱਥੇ ਆਪਣਾ ਡਿਨਰ ਇੰਜੋਏ ਕਰੋ, ਲੰਚ ਇੰਜੋਏ ਕਰੋ, ਜੋ ਵੀ ਉਹ ਗਿਫਟ ਕਾਰਡ $100 ਦਾ ਤੁਹਾਨੂੰ ਡਿਸਕਾਊਂਟ ਮਿਲ ਜਾਏਗਾ। ਨੰਬਰ 1 4 ਪ੍ਰਾਈਜ਼, ਇੱਕ ਨਹੀਂ ਦੋ ਨਹੀਂ 4, ਉਸੇ ਦਿਨ ਪੀਕੇ ਜੀ ਪਰਚੀਆਂ ਕੱਢਣਗੇ, ਤੁਹਾਨੂੰ ਦੇ ਦੇਣਗੇ। ਨੰਬਰ 1। ਨੰਬਰ 2 ਫਾਈਨਲ ਦੇ ਵਿੱਚ ਜੇ ਇੰਡੀਆ ਔਰ ਪਾਕਿਸਤਾਨ ਪਹੁੰਚਦਾ ਹੈ ਤੇ ਤੁਸੀਂ ਦੱਸ ਸਕਦੇ ਹੋ ਕਿ ਇੰਡੀਆ ਜਿੱਤੇਗਾ ਕਿ ਪਾਕਿਸਤਾਨ ਜਿੱਤੇਗਾ। ਔਰ ਆਈਫੋਨ ਜਿਹੜਾ ਆਈਫੋਨ 15 ਜਿਹੜਾ ਉਹ ਇੱਕ ਬੰਪਰ ਪ੍ਰਾਈਜ਼ ਕੱਢਾਂਗੇ ਉਸ ਦਿਨ, ਪਰਚੀ ਪਾ ਕੇ ਸਾਰਿਆਂ ਦੀ, ਤੇ ਬੰਪਰ ਪ੍ਰਾਈਜ਼ ਕੱਢ ਕੇ ਤੁਹਾਨੂੰ ਆਈਫੋਨ ਜਿਹੜਾ ਹੈ ਉਹ ਦਿੱਤਾ ਜਾਏਗਾ। ਮੌਕੇ ਤੇ ਤੁਹਾਡੀ ਤਸਵੀਰ ਵੀ ਹੋਏਗੀ, ਸਾਰਾ ਕੁਝ ਹੋਏਗਾ। ਇਹ ਜਿਹੜੀਆਂ ਪਿਕਚਰਸ ਨੇ ਅਸੀਂ ਜੇ ਤੁਹਾਡੀ ਇਜਾਜ਼ਤ ਹੋਏਗੀ, ਬਿਕੋਜ਼ ਤੁਹਾਡੀ ਇਜਾਜ਼ਤ ਚਾਹੀਦੀ ਹੈ, ਜੇ ਤੁਹਾਡੀ ਇਜਾਜ਼ਤ ਹੋਏਗੀ ਤਾਂ ਅਸੀਂ ਉੱਥੇ ਪੀਕੇ ਸਾਹਿਬ ਦਾ ਥੈਂਕ ਯੂ ਕਰਕੇ ਪਿਕਚਰਸ ਤੁਹਾਡੀਆਂ ਮਿਡਵੀਕ ਨਿਊਜ਼ਪੇਪਰ ਦੇ ਵਿੱਚ ਅਸੀਂ ਪਬਲਿਸ਼ ਕਰ ਦਿਆਂਗੇ। ਸੋ ਇਹ ਕੰਟੈਸਟ ਹੈ ਬਹੁਤ ਸਿੰਪਲ। ਪੀਕੇ ਜੀ ਤੁਹਾਨੂੰ ਸਵਾਲ ਹੈ ਰਾਜ ਕੁਮਾਰ ਜੀ ਦਾ, ਮਾਰਕੀਟ ਦੇ ਬਾਰੇ ਉਹ ਪੁੱਛ ਰਹੇ ਨੇ। ਲਾਸਟ ਹੀ ਕੁਐਸਚਨ ਹੋਏਗਾ ਜੀ ਇਹ ਕਿ ਜਿਹੜੀ ਕੋਂਡੋ ਮਾਰਕੀਟ ਹੈ ਉਹ ਕਹਿ ਰਹੇ ਨੇ ਕਿ ਕਿਸ ਦਾ ਬਿਹੇਵ ਕਰੇਗੀ। ਮੈਂ ਕੁਐਸਚਨ ਤੁਹਾਨੂੰ ਪੂਰਾ ਡਿਟੇਲ ਦੇ ਇੱਕ ਸੈਕਿੰਡ, ਰਾਜ ਕੁਮਾਰ ਜੀ ਦਾ ਕਿੱਥੇ ਗਿਆ ਟੈਕਸਟ। ਹਾਂਜੀ, please ask PK ji about the future of condo market in Toronto and Square One area। जी टोरंटो और Square One area पूछ सर जी, फ्यूचर ही कॉन्डो मार्केट है। इसका जवाब एक लाइन के अंदर आ गया, फ्यूचर ही कॉन्डो मार्केट है। क्योंकि लोग अफोर्ड, मैं पता है 120-25-30 साल पहले असं लोग कहते थे न्यूयॉर्क के लोग किस तरह 400-500 स्क्वायर फीट कॉन्डो अंदर रहते हैं। हुण सानूं समझ आ गई लोग अफोर्ड ही नहीं कर पा रहे। फ्यूचर ही कॉन्डो है। बाकी तुसीं गल कर रहे हो मिसागा दी, मिसागा ते बड़ा वड्डा फ्यूचर है सर। मिसागा के अंदर इक्को प्रोजेक्ट के अंदर मेरे 7 इन्वेस्टमेंट लगी हुई ने, 7 इन्वेस्टमेंट इन 1 प्रोजेक्ट ओनली। ते ए मैं तुहानूं दस दियां, मेरे को पूरा मास्टर प्लान है पिया होया स्क्वेयर वन मिसागा दा। स्क्वेयर वन के आस पास लास्ट मीटिंग दे नाल उस वक्त बोनी करोंबी जी भी आए हुए सीगे ते असीं वो सारा मास्टर प्लान देखिया पढ़िया ते ए तुहानूं मैनहट्टन नजर आएगा अगले 10-12 साल के बाद। जिहड़ा बंदा हुण रुक गया है ना मिसागा के आस पास, वो समझ लो कि वो ए कहेगा मैं गलती करती, मैं लेट हो गया। और खास करके इस टाइम के अंदर जिस वक्त बिल्डर ह्यूज इंसेंटिव्स दे रहा है, डोंट मिस इट। बिकॉज हाँ या अज रीसेल ना लो, साल की क्लोजिंग ना लो, तुसी लंबी क्लोजिंग लो, तुसी खुश होगे। मैं तुहानूं बड़ा क्लीयरली गल दसना चाहता। और मैनूं कोई इस किस्म की लालच नहीं हैगी कि जी कि भी ना, सीधी गल, साफ सुथरी गल, सिंपल। ठीक है जी, थैंक यू सो मच जी। पुष्पिंदर साहब कह रहे हैं ऑन अ फनी नोट ही आई हैव 2 फोन नंबर, आई विल बी वोटिंग फॉर बोथ यस और नो। ਕਰ ਦਿਓ ਤੁਸੀਂ, ਤੁਹਾਡੇ ਕੋਲ ਜੇ ਪੁਸ਼ਪਿੰਦਰ ਸਾਹਿਬ 2 ਫੋਨ ਨੰਬਰ ਹੈ, ਇੱਕ ਨੂੰ ਯੈਸ ਪਾ ਦਿਓ, ਇੱਕ ਨੂੰ ਨੋ। ਪਰ ਮੈਂ ਪਹਿਲਾਂ ਹੀ ਦੱਸ ਦਵਾਂ ਵੀ ਯੈਸ ਦੀਆਂ 50 ਤੋਂ ਜ਼ਿਆਦਾ ਐਂਟਰੀਆਂ ਆ ਗਈਆਂ ਨੇ। ਸੋ ਇਹ ਜ਼ਰੂਰੀ ਨਹੀਂ ਕਿ ਤੁਸੀਂ, ਕਿਉਂਕਿ ਪਰਚੀਆਂ ਤੇ ਨਿਕਲਣੀਆਂ 4,
ਪਰਚੀਆਂ 4 ਨਿਕਲਦੀਆਂ ਨੇ। ਤੁਸੀਂ ਜੇ ਤੁਹਾਡੇ ਕੋਲ 2 ਫੋਨ ਨੰਬਰ ਹੈ ਤਾਂ ਤੁਸੀਂ ਆਪਾਂ ਹੈ ਪੀਕੇ ਜੀ, ਉਹ ਕਹਿੰਦੇ 2 ਫੋਨ ਨੰਬਰ ਹੈ, ਮੈਂ ਦੋਨਾਂ 'ਚ ਬਿਲਕੁਲ ਹਾਂ ਨੰਬਰ ਚਾਹੀਦਾ, ਫੋਨ ਨੰਬਰ ਚਾਹੀਦਾ, ਜੋ ਮਰਜ਼ੀ ਕਰੋ। ਹਾਂ ਵੈਲਿਡ ਫੋਨ ਨੰਬਰ ਚਾਹੀਦਾ। ਜੇ ਤੁਹਾਡੇ ਕੋਲ ਫੋਨ ਨੰਬਰ ਹੈ ਕੋਈ ਵੀ, ਚਾਹੇ ਘਰ ਦਾ ਨੰਬਰ ਹੈ, ਕੁਛ ਹੈ, ਤਾਂ ਤੁਸੀਂ ਆਰਾਮ ਦੇ ਨਾਲ ਇਸ ਨੰਬਰ ਦੇ ਉੱਤੇ ਤੁਸੀਂ ਭੇਜ ਸਕਦੇ ਹੋ। ਥੈਂਕ ਯੂ ਸੋ ਮਚ ਜੀ। ਔਰ ਪੀਕੇ ਜੀ ਕੋਈ ਪ੍ਰੋਜੈਕਟ ਕੋਈ ਹੈ ਸੈਮੀਨਾਰ ਐਨੀਥਿੰਗ ਉਹ ਪਲੀਜ਼। ਜੀ ਜੀ ਸੈਮੀਨਾਰ ਨਹੀਂ ਹੈ ਜੀ, ਮੇਰਾ ਈਵੈਂਟ ਹੈਗਾ। ਮੈਂ ਇੱਕ ਵਾਰ ਇਹ ਵੀ ਗੱਲ ਕਲੀਅਰ ਕਰ ਦਿਆਂ ਕਿਉਂਕਿ ਮੇਰੇ 2 ਮੈਸੇਜ ਆ ਗਏ ਸੀ ਪਿਛਲੀ ਵਾਰ ਵੀ ਕਿ ਸੈਮੀਨਾਰ, ਮੇਰਾ ਸੈਮੀਨਾਰ ਹੈਗਾ ਉਹਦੀ ਅਲੱਗ ਕਰਾਂਗੇ। ਦਿਸ ਇਜ਼ ਐਨ ਈਵੈਂਟ, ਦਿਸ ਇਜ਼ ਸੇਲਸ ਈਵੈਂਟ। 18 ਨਵੰਬਰ ਸੈਟਰਡੇ ਨੂੰ ਅਸੀਂ ਕਰ ਰਹੇ ਹਾਂ 12 ਤੋਂ 6। ਤੁਸੀਂ ਮੇਰੇ ਉੱਤੇ ਰਜਿਸਟਰ ਕਰੋ, ਤੁਹਾਨੂੰ ਇਨਵਾਈਟ ਕਰ ਲਾਂਗੇ। ਨਹੀਂ ਵੀ ਲੈਣਾ ਕੋਈ ਗੱਲ ਨਹੀਂ, ਉੱਥੇ ਸਨੈਕਸ ਵਗੈਰਾ ਚੱਲ ਰਹੇ ਹੋਣਗੇ, ਚਾਹ ਕਾਫੀ ਚੱਲ ਰਹੀ ਹੋਏਗੀ, ਸਭ ਕੁਝ ਚੱਲ ਰਿਹਾ ਹੋਏਗਾ, ਡਰਿੰਕ ਚੱਲ ਰਹੀ ਹੋਣਗੇ। ਡਰਿੰਕ ਮਤਲਬ ਨਾਟ ਹਾਰਡ ਡਰਿੰਕ। ਤੇ ਉਹ ਦਿਨ ਨੂੰ 12 ਤੋਂ 6 ਆ ਜਾਓ, ਪੂਰੀ ਟੀਮ ਹੋਏਗੀ, ਤੁਹਾਨੂੰ ਉਸकी ਕਈ ਪ੍ਰੋਜੈਕਟ ਦਿਖਾਵਾਂਗੇ ਕਿਉਂਕਿ ਇਹ ਈਵੈਂਟ ਇਸ ਵਕਤ ਕੱਲੇ ਟੀਮ ਸਬਰਾਲ ਔਰ ਨਿਊਜ਼ ਐਂਡ ਰੀਅਲਟੀ ਐਕਸਪਰਟ ਕਰ ਰਿਹਾ ਹੈ ਤੇ ਤੁਹਾਨੂੰ ਪੂਰਾ ਟਾਈਮ ਦਿੱਤਾ ਜਾਏਗਾ। ਪਿਛਲੀ ਵਾਰ ਜਿਹੜੇ ਆਏ ਸੀ ਉਹਨਾਂ ਨੂੰ ਬਹੁਤ ਭੀੜ ਨਜ਼ਰ ਆਈ ਸੀ ਉੱਥੇ, ਤੇ ਇਸ ਕਰਕੇ ਮੈਂ ਮਾਫੀ ਚਾਹਾਂਗਾ ਕਈ ਨੂੰ ਅਸੀਂ ਕੈਟਰ ਨਹੀਂ ਕਰ ਪਾਏ। ਤੇ ਤੁਸੀਂ ਇਸ ਵਾਰ ਆ ਜਾਓ 18 ਨਵੰਬਰ ਸੈਟਰਡੇ ਨੂੰ, ਪੂਰਾ ਟਾਈਮ ਤੁਹਾਨੂੰ ਦਿੱਤਾ ਜਾਏਗਾ। ਜਿੰਨਾ ਕਹੋਗੇ ਉਹਨਾਂ ਟਾਈਮ ਤੁਹਾਨੂੰ ਦਿੱਤਾ ਜਾਏਗਾ। ਤੁਹਾਨੂੰ ਬੈਠ ਕੇ ਗੱਲਾਂ ਕਰਾਂਗੇ, ਤੁਹਾਨੂੰ ਪ੍ਰੋਜੈਕਟ ਦਿਖਾਵਾਂਗੇ। ਇਹ ਜਿਹੜਾ ਮੈਂ ਗੱਲ ਕਰ ਰਿਹਾ ਸੀਗਾ ਤੁਹਾਨੂੰ ਟਾਊਨ ਵਾਲਾ, ਫਰੀ ਹੋਲਡ ਵਾਲਾ, ਇਹ ਵੀ ਗੱਲ ਕਰਾਂਗੇ। ਹੋਰ ਵੀ ਡਿਟੈਚ, ਸੈਮੀ ਅਟੈਚ ਸਾਡੇ ਕੋਲ ਬਹੁਤ ਨੇ, ਹਾਈ ਰਾਈਜ਼ ਅਪਾਰਟਮੈਂਟਸ, ਹਿਊਜ ਡਿਸਕਾਊਂਟਸ। ਪੇਮੈਂਟ ਵੀ ਅਸੀਂ ਹੱਥੋਂ ਹੱਥ ਬਿਲਡਰ ਕੋਲ ਅਪਰੂਵ ਕਰਾ ਕੇ ਦਿੰਦੇ ਜਾ ਰਹੇ ਐਜ਼ ਪਰ ਯੂਅਰ ਫਾਈਨੈਂਸ਼ੀਅਲ ਪੇਮੈਂਟ ਸਟਰਕਚਰਡ ਹੈਗਾ। ਅਸੀਂ ਹੱਥੋਂ ਹੱਥ ਉਸ ਦਿਨ ਵੀ ਲੋਕੀ ਹੈਰਾਨ ਸੀ, ਅਸੀਂ ਬਿਲਡਰ ਕੋਲ ਯੈਸ ਕਰਾਈ ਜਾ ਰਹੇ ਸੀ ਔਰ ਤੁਹਾਨੂੰ ਦਿੰਦੇ ਜਾ ਰਹੇ ਸੀਗੇ। ਅਸੀਂ 1.5 ਸਾਲ ਦੀ ਪੇਮੈਂਟ 3 ਸਾਲ ਉਸ ਦਿਨ ਕਰਾ ਕੇ ਹੱਥੋਂ ਹੱਥ ਦੇਤੀ ਲੋਕਾਂ ਨੂੰ। ਤੇ ਇਸ ਕਰਕੇ ਉਹ ਵੀ ਬੜੀ ਛੋਟੀ ਕਿਸ਼ਤਾਂ, ਕਿਸੇ ਨੇ ਕਹਾ ਜੀ 20% ਦੇ ਸਕਦਾ, ਉਹਨੂੰ 15% ਕਰਾਤੀ, 15% ਦੇ ਸਕਦਾ, ਉਹਨੂੰ 10% ਕਰਵਾਤੀ, ਹੱਥੋਂ ਹੱਥ ਕਰਵਾਤਾ ਹੈਗਾ। ਇਸ ਵਕਤ ਬਿਲਡਰ ਨੂੰ ਲੋੜ ਹੈ, ਉਹਦਾ ਬੈਨੀਫਿਟ ਚੁੱਕ ਲਓ। ਫਾਰ 18th of November Saturday 12 to 6 ਟੈਕਸਟ ਮੈਸੇਜ ਪਾ ਦਿਓ ਵਿਦ ਯੋਰ ਨੇਮ ਐਂਡ ਈਮੇਲ। ਆਈ ਮਸਟ ਹੈਵ ਯੋਰ ਨੇਮ ਐਂਡ ਈਮੇਲ, ਤਾਂ ਹੀ ਤੁਹਾਨੂੰ ਡਿਟੇਲ ਭੇਜ ਪਾਵਾਂਗੇ ਅਸੀਂ। 647-299-4757 647-299-4757। ਥੈਂਕ ਯੂ ਵੈਰੀ ਮਚ ਯੁਧੇਸ਼ ਜੀ। ਥੈਂਕ ਯੂ ਸੋ ਮਚ ਜੀ ਪੀਕੇ ਜੀ, ਥੈਂਕ ਯੂ ਸੋ ਮਚ ਪੰਕਜ ਜੀ। ਔਰ ਸ਼ਾਮ ਨੂੰ 6:30 ਵਜੇ, ਸ਼ਾਮ ਨੂੰ 6:30 ਵਜੇ ਤੁਸੀਂ ਪੀਕੇ ਜੀ ਔਰ ਪੰਕਜ ਜੀ ਨੂੰ ਦੇਖਦੇ ਹੋ। ਅੱਜ ਪੀਕੇ ਜੀ ਪਹਿਲਾਂ ਐਲਾਨ ਕਰ ਚੁੱਕੇ ਆ ਕਿ ਉਹ ਇੰਟਰਸਟ ਰੇਟ ਦੇ ਬਾਰੇ ਬੜੀ ਡਿਟੇਲ ਦੇ ਵਿੱਚ ਐਕਸਪਲੇਨ ਕਰਨਗੇ। ਪੀਕੇ ਜੀ ਔਰ ਪੰਕਜ ਜੀ ਸ਼ਾਮ 6:30 ਵਜੇ ਹਰ ਵੈਂਸਡੇ ਤੁਸੀਂ ਚੈਨਲ ਵਾਈ ਦੇ ਉੱਤੇ ਇਕੋਨਮੀ, ਰੀਅਲ ਸਟੇਟ ਔਰ ਇਹਨਾਂ ਮੁੱਦਿਆਂ ਦੇ ਪ੍ਰੋਗਰਾਮ ਦੇਖਦੇ ਹੋ। ਥੈਂਕ ਯੂ ਪੀਕੇ ਜੀ, ਥੈਂਕ ਯੂ ਪੰਕਜ ਜੀ, ਆਲ ਦੀ ਬੈਸਟ। ਥੈਂਕ ਯੂ ਸਰ, ਥੈਂਕ ਯੂ। ਬਾਏ।